ਇੱਕ ਮਾਈਂਡ ਦੇ ਵਿੱਚ ਫੁਰਨਾ ਆਇਆ ਕਿ ਉਹਨਾਂ ਗੁਰਬਾਣੀ ਦੀ ਸੰਥਿਆ ਕੀਤੀ ਜਾਏ ਤੇ ਦਮਦਮੀ ਟਕਸਾਲ ਦੇ ਵਿੱਚ ਜਾ ਕੇ ਸੰਥਿਆ ਕੀਤੀ 3 ਤੋਂ 2004 ਤੋਂ 5 ਦੇ ਦੌਰਾਨ। ਉਹ ਫਾਈਨੈਂਸ਼ੀਅਲ ਜਿਹੜੀ ਹੈਗੀ ਆ ਐਜੂਕੇਸ਼ਨ ਦੀ ਲਿਖੀ ਕਿ ਲੋਕ ਪੈਸਾ ਕਮਾ ਰਹੇ ਨੇ ਪਰ ਪੈਸੇ ਨੂੰ ਸਾਂਭਣ ਦੀ ਸਮਝ ਨਹੀਂ ਹੈਗੀ। ਓਕੇ, ਪੈਸਾ ਕਮਾ ਰਹੇ ਨੇ, ਪੈਸੇ ਨੂੰ ਜਿਹੜਾ ਹੈਗਾ ਪੈਸੇ ਨੂੰ ਪੈਸਾ ਕਿਵੇਂ ਬਣਾ ਸਕਦਾ ਇਸ ਗੱਲ ਦੀ ਸਮਝ ਨਹੀਂ। ਤੁਹਾਡਾ ਤਾਂ ਮਤਲਬ ਹੈ ਵੀ ਵਿੱਤੀ ਤੌਰ ਤੇ ਜਿੰਨਾ ਚਿਰ ਤੁਸੀਂ ਜਾਗਰਤ ਨਹੀਂ ਤੇ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਅਸਲੀ ਤੁਸੀਂ ਹੁਣ ਇਸ ਫੀਲਡ 'ਚ ਤੇ ਬਹੁਤ ਬਿਜੀ ਹੋਗੇ ਤੇ ਤੁਸੀਂ ਹੁਣ ਅਗਲਾ ਇੱਕ ਕਦਮ ਚੱਕ ਲਿਆ ਵੀ ਮੈਂ ਮਾਂ ਬੋਲੀ ਦੀ ਸੇਵਾ ਕਰਨੀ, ਹੁਣ ਵੀ ਤੁਸੀਂ ਕਰ ਰਹੇ ਜੀ। ਉਹ ਹੁਣ ਕਿਵੇਂ ਅੱਗੇ ਵਧੂ? ਪਰ ਜਦੋਂ ਦੂਰ ਬੈਠਾ ਮੈਂ ਸੁਣਦਾ ਸੀ, ਮੈਨੂੰ ਗੁਰਬਾਣੀ ਪੜ੍ਹਨ ਦੇ ਵਿੱਚ ਲੱਗਦਾ ਸੀ ਕਿ ਇਹ ਪ੍ਰੋਪਰ ਨਹੀਂ ਪੜ੍ਹ ਰਹੀ, ਇਹਦੀ ਸੰਥਿਆ ਹੋਣੀ ਚਾਹੀਦੀ ਹੈ। ਤੇ ਫਿਰ ਉਹ ਭੁੱਲ ਜਾਂਦੀ ਸੀ। ਮੈਂ ਆਪਣੇ ਵਾਈਫ ਨੂੰ ਕਿਹਾ ਕਿ ਆਪਾਂ ਕਿਉਂ ਨਾ ਪਹਿਲਾਂ ਇਹਨੂੰ ਪੰਜਾਬੀ ਸਿਖਾ ਦਈਏ ਤੇ ਲਾਈਫ ਟਾਈਮ ਲਈ ਗੁਰਬਾਣੀ ਆਪੇ ਪੜ੍ਹੀ ਜਾਊਗੀ। ਸੋ ਮੈਂ ਉਸ ਪ੍ਰੋਜੈਕਟ ਤੋਂ ਆਪਣੇ ਪਰਿਵਾਰ ਤੋਂ ਘਰ ਤੋਂ ਸ਼ੁਰੂ ਕੀਤਾ। ਘਰਾਂ 'ਚ ਵਿਹਲੇ ਨੇ, ਕਾਰਟੂਨ ਵੇਖ ਰਹੇ ਨੇ, ਟੀਵੀਆਂ ਤੇ ਲੱਗੇ ਨੇ, ਉਹਨਾਂ ਦਾ ਜੀ ਵੀ ਕਰਦਾ ਕਿ ਅਸੀਂ ਲੈਪਟਾਪ ਦੇ ਅੱਗੇ ਬਹੀਏ, ਅਸੀਂ ਉਹ ਕਰੀ। ਕਿਉਂ ਨਾ ਮੈਂ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਦੇ ਘਰਾਂ ਤੱਕ ਪਹੁੰਚ ਕਰਕੇ ਜ਼ੂਮ ਦੇ ਉੱਤੇ ਮੈਂ ਇਹਨਾਂ ਨੂੰ ਪੰਜਾਬੀ ਸਿਖਾਉਣੀ ਸ਼ੁਰੂ ਕਰਾਂ 3.5 ਤੋਂ 5 ਸਾਲ। ਬੱਚੇ ਜੇ ਤੁਹਾਡੇ ਕੋਲ ਅੱਗੇ ਆਉਣਗੇ ਪੜ੍ਹਨ ਲਈ ਤਾਂ ਹੀ ਤੁਸੀਂ ਪੜ੍ਹਾਓਗੇ। ਤੁਸੀਂ ਜਿਹੜੇ ਮਾਪੇ ਨੇ ਕੈਨੇਡਾ, ਅਮਰੀਕਾ, USA ਜਾਂ ਵਿਦੇਸ਼ਾਂ 'ਚ ਰਹਿੰਦੇ ਨੇ, ਉਹਨਾਂ ਦੇ ਦਿਮਾਗ 'ਚ ਇੱਕ ਗੱਲ ਤੇ ਬੜੀ ਸਪਸ਼ਟ ਹੈ ਵੀ ਅੰਗਰੇਜ਼ੀ ਤੋਂ ਬਿਨਾਂ ਸਾਡੇ ਬੱਚੇ ਅੱਗੇ ਵੱਧ ਨਹੀਂ ਸਕਦੇ। ਉਹਨਾਂ ਨੂੰ ਕਿਵੇਂ ਅਵੇਅਰ ਕਰੋਗੇ ਵੀ ਉਹ ਤੁਹਾਡੇ ਕੋਲ ਪੜ੍ਹਨ ਆਉਣ? ਵੈਨਕੂਵਰ ਵਾਲੇ ਬੱਚੇ ਜਦੋਂ ਮਾਂ ਪਿਓ ਬੋਲਦੇ ਨੇ ਪੰਜਾਬੀ ਤੋਂ ਅੱਗੋਂ ਅੰਗਰੇਜ਼ੀ ਜਵਾਬ ਦਿੰਦੇ ਨੇ। ਪੰਜਾਬੀ ਤੋਂ ਕੋਰੇ ਨੇ, ਪੰਜਾਬੀ ਤੋਂ ਕੋਰੇ ਨੇ। ਟੀਚਿੰਗ ਲਾਈਨ 'ਚ ਰਹਿਣ ਕਰਕੇ ਮੈਨੂੰ ਮਾਪਿਆਂ ਦੀਆਂ ਪ੍ਰੋਬਲਮਸ ਪਤਾ ਲੱਗ ਗਈਆਂ ਵੀ ਅਸਲ 'ਚ ਉਹ ਵਿਰਸੇ ਨਾਲ ਜੋੜਨਾ ਚਾਹੁੰਦੇ ਨੇ ਪਰ ਸਮਾਂ ਨਹੀਂ ਹੈ। ਉਹ ਸਮਾਂ ਬੈਸਟ ਟਾਈਮ ਜਿਹੜਾ ਹੈਗਾ ਜੇ ਆਪਾਂ ਬੱਚੇ ਨੂੰ ਸਕੂਲ ਜਾਣ ਤੋਂ ਪਹਿਲਾਂ ਹੀ ਪੰਜਾਬੀ ਸਿਖਾ ਦਈਏ। ਅਸਲ ਇੱਕ ਹੋਰ ਗੱਲ ਵੀ ਹੈ, ਕਹਿੰਦੇ ਕੈਨੇਡਾ 'ਚ ਤੇ ਪੰਜਾਬੀ ਜਿਹੜੀ ਹੈ ਇਹ ਰੁਜ਼ਗਾਰ ਦੀ ਭਾਸ਼ਾ ਵੀ ਬਣ ਗਈ ਹੈ। ਕੈਨੇਡਾ ਦੇ 140 ਵਿੱਚੋਂ 22 ਸਕੂਲਾਂ 'ਚ ਪੰਜਾਬੀ ਪੜ੍ਹਾਈ ਵੀ ਜਾਂਦੀ ਹੈ। ਬਿਲਕੁਲ, ਬੱਚੇ ਪੜ੍ਹਨ ਵਾਲੇ ਚਾਹੀਦੇ ਹਨ। ਤੁਸੀਂ ਜਿਵੇਂ ਕਿ ਵੀ ਕੈਨੇਡਾ ਗਵਰਨਮੈਂਟ ਨੂੰ ਕੋਈ ਪ੍ਰੋਬਲਮ ਨਹੀਂ ਜੇ ਪੰਜਾਬੀ ਪੜ੍ਹਨਾ ਚਾਹੁੰਦਾ। ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੂੰ ਖੁਦ ਇਹ ਅਪੀਲ ਕਰਨੀ ਪਈ ਪੰਜਾਬ ਦੇ ਲੋਕਾਂ ਨੂੰ ਵੀ ਆਪਣੀਆਂ ਦੁਕਾਨਾਂ, ਆਪਣੇ ਪ੍ਰਾਈਵੇਟ ਅਦਾਰਿਆਂ ਦੇ ਦਰਵਾਜ਼ਿਆਂ ਦੇ ਬਾਹਰ ਪੰਜਾਬੀ 'ਚ ਬੋਰਡ ਲਾਓ, ਅੰਗਰੇਜ਼ੀ ਦੀ ਥਾਂ ਤੇ। 21 ਫਰਵਰੀ 2023 ਤੱਕ ਉਹਨਾਂ ਨੇ ਸਮਾਂ ਦਿੱਤਾ ਸੀ। ਜਿੰਨੀਆਂ ਵੀ ਦੁਕਾਨਾਂ ਨੇ, ਜਿੰਨੀਆਂ ਵੀ ਜਿਹੜੇ ਮਾਲਸ ਨੇ, ਜਾਓ ਪੰਜਾਬੀ ਉਹਨਾਂ ਤੇ ਲਿਖੀ ਜਾਵੇ ਤਾਂ ਸਾਨੂੰ ਸਾਡੀ ਭਾਸ਼ਾ ਜਿਹੜੀ ਹੈ ਉਹਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਵੱਲੋਂ ਇਹ ਜਿਹੜਾ ਕਦਮ ਚੁੱਕਿਆ ਗਿਆ। 2-4% ਹੀ ਅੱਗੇ, ਬਾਕੀ ਹਾਲੇ ਵੀ ਅੰਗਰੇਜ਼ੀ 'ਚ ਬੋਰਡ ਲੱਗੇ ਨੇ। ਲੱਗਦਾ ਨਹੀਂ ਵੀ ਕਿਤੇ ਪੰਜਾਬੀਆਂ ਵਿੱਚ ਕਿਤੇ ਕਿਸੇ ਤਰ੍ਹਾਂ ਦੀ ਹੀਨ ਭਾਵਨਾ ਵੀ ਜੇ ਅਸੀਂ ਪੰਜਾਬੀ ਤੱਕ ਸੀਮਤ ਰਹੇ ਤੇ ਅਸੀਂ ਸਾਡਾ ਸਟੇਟਸ ਬੜਾ ਛੋਟਾ ਰਹੂਗਾ। ਹੁਣ ਪੰਜਾਬ ਦੇ ਮਾਪੇ ਜਿਹੜੇ ਨੇ ਉਹ ਅੱਖਾਂ ਮੀਟ ਕੇ ਭੇਜਣ ਦੀ ਥਾਂ ਥੋੜਾ ਡਰ ਗਏ ਨੇ, ਚਿੰਤਾ ਵੀ ਯਾਰ ਕੈਨੇਡਾ ਤੋਂ ਬੜੀਆਂ ਮਾੜੀਆਂ ਖਬਰਾਂ ਆ ਰਹੀਆਂ। ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਜੇ ਵੀ ਉਹ ਡਰ ਸੱਚ ਹੈ ਜਾਂ ਅੱਧਾ ਸੱਚ ਹੈ ਜਾਂ ਝੂਠ ਹੈ? ਕੈਨੇਡਾ ਉਡਾਰੀ ਪ੍ਰੋਗਰਾਮ ਤਹਿਤ ਤੁਹਾਨੂੰ ਅੱਜ ਇੱਕ ਵਾਰ ਮੁੜ ਕੈਨੇਡਾ ਦਾ ਨਵਾਂ ਰੰਗ ਦਿਖਾਵਾਂਗੇ। ਜੇ ਕੋਈ ਕੈਨੇਡਾ ਬੈਠਾ ਵਿਅਕਤੀ ਇਹ ਗੱਲ ਕਵੇ ਵੀ ਮੈਂ ਦੁਨੀਆ ਭਰ 'ਚ ਵੱਸਦੇ ਪੰਜਾਬੀਆਂ ਨੂੰ ਊੜਾ ਐੜਾ ਭਾਵ ਆਪਣੀ ਮਾਂ ਬੋਲੀ ਦੀ ਗੁੜਤੀ ਦੇਣੀ ਹੈ ਤੇ ਤੁਸੀਂ ਹੈਰਾਨ ਹੋਵੋਗੇ। ਪਰ ਇੱਕ ਸ਼ਖਸੀਅਤ ਨੇ, ਅਰਸ਼ਬੀਰ ਸਿੰਘ, ਜਿਹੜੇ ਕੈਨੇਡਾ 'ਚ ਰਹਿੰਦੇ ਨੇ, ਉਹਨਾਂ ਨੇ ਕਈ ਤਰ੍ਹਾਂ ਦੀ ਸਟਰਗਲ ਕੀਤੀ, ਆਪਣੀ ਲਾਈਫ ਨੂੰ ਬਹੁਤ ਅੱਗੇ ਵਧਾਇਆ। ਪਰ ਹੁਣ ਉਹ ਇੱਕ ਟਾਰਗੇਟ ਲੈ ਕੇ ਚੱਲ ਰਹੇ ਨੇ ਵੀ ਉਹਨਾਂ ਨੇ ਡ੍ਰੀਮ ਲਿਆ, ਇੱਕ ਸੁਪਨਾ ਲਿਆ ਵੀ ਆਉਣ ਵਾਲੇ ਸਮੇਂ 'ਚ ਉਹ ਇੱਦਾਂ ਦਾ ਇੱਕ ਪ੍ਰੋਜੈਕਟ, ਇੱਕ ਇੱਦਾਂ ਦੀ ਤਕਨੀਕ ਤਿਆਰ ਕਰਨਗੇ ਵੀ ਉਹ ਦੁਨੀਆ ਭਰ ਵਿੱਚ ਵੱਖ-ਵੱਖ ਦੇਸ਼ਾਂ 'ਚ ਵੱਸਦੇ ਜਿਹੜੇ ਖਾਸ ਕਰਕੇ ਨਵੀਂ ਪਨੀਰੀ ਹੈ ਪੰਜਾਬੀਆਂ ਦੀ, ਉਹਨਾਂ ਨੂੰ ਆਪਣੀ ਮਾਂ ਬੋਲੀ ਨਾਲ ਜੋੜਨ ਦਾ ਯਤਨ ਕਰਨਗੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅਰਸ਼ਬੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
ਕਿੱਥੋਂ ਆਏ, ਕਿੱਥੋਂ ਤੁਰੇ, ਕਦੋਂ ਕੈਨੇਡਾ ਪਹੁੰਚੇ, ਬਾਅਦ ਚ ਪੁੱਛਾਂਗੇ। ਪਰ ਇੱਕ ਬਹੁਤ ਵੱਡਾ ਚੰਗੀ ਗੱਲ ਲੱਗ ਰਹੀ ਹੈ ਵੀ ਤੁਸੀਂ ਕਹਿੰਦੇ ਇੱਕ ਸੁਪਨਾ ਲਿਆ। ਤੁਸੀਂ ਚਾਹੁੰਦੇ ਜੇ ਵੀ ਭਾਵੇਂ ਕੋਈ ਆਸਟ੍ਰੇਲੀਆ ਬੈਠਾ, ਕੈਨੇਡਾ ਬੈਠਾ, US ਬੈਠਾ, UK ਬੈਠਾ, ਵੀ ਹਾਂਜੀ। ਤੁਸੀਂ ਇਦਾਂ ਦੀ ਤਕਨੀਕ ਤਿਆਰ ਕਰੋ, ਉਹਨਾਂ ਦੇ ਮੂੰਹ ਵਿੱਚ ਮਾਂ ਬੋਲੀ ਦੀ ਗੁੜਤੀ ਪਾਓ। ਇਹ ਹਾਂਜੀ। ਕਿੱਦਾਂ ਦਾ ਸੁਪਨਾ? ਸੁਪਨਾ ਇਹ ਹੈਗਾ ਕਿ ਆਪਾਂ ਦੂਜੇ ਮੁਲਕ ਤੋਂ, ਆਪਣੇ ਮੁਲਕ ਚੋਂ ਉੱਠ ਕੇ ਇਸ ਦੂਸਰੇ ਮੁਲਕ ਦੇ ਵਿੱਚ ਆਏ ਹਾਂ ਜੀ। ਤੇ ਪਿਛਲੇ 14 ਸਾਲਾਂ ਦੇ ਸਫ਼ਰ ਦੇ ਵਿੱਚ ਮੈਂ ਇਹ ਸਾਰਾ ਕੁਝ ਬਹੁਤ ਲਾਗਿਓਂ ਹੋ ਕੇ ਵੇਖਿਆ। ਹੂੰ। ਕੁਝ ਕੁ ਗੱਲਾਂ ਇਦਾਂ ਵੀ ਲੱਗੀਆਂ ਕਿ ਮੈਨੂੰ ਸ਼ਾਇਦ ਮਹਾਰਾਜ ਜੀ ਇਹ ਸਾਰਾ ਕੁਝ ਡਿਜ਼ਾਈਨ ਕਰ ਰਹੇ ਨੇ ਰਸਤਾ, ਹੂੰ। ਤੇ ਹਰ ਇੱਕ ਪ੍ਰੋਬਲਮ ਨੂੰ ਆਪਾਂ ਅਪਰਚੁਨਿਟੀ ਦੇ ਤੌਰ ਤੇ ਵੇਖਿਆ ਕਿ ਇਹਦੇ ਵਿੱਚ ਅਪਰਚੁਨਿਟੀ ਕੱਢੀ ਜਾ ਸਕਦੀ ਹੈ। ਸੋ ਮੈਂ ਇੱਥੇ ਇਹਨਾਂ ਦੇਸ਼ਾਂ 'ਚ ਵੇਖਿਆ ਸੀ ਕਿ ਟੀਚਿੰਗ ਲਾਈਨ ਦੇ ਵਿੱਚ ਰਹੇ ਹਾਂ ਇੱਥੇ ਕੈਨੇਡਾ ਦੇ ਵਿੱਚ, ਤੇ ਇੱਥੇ ਸਾਰੀਆਂ ਚੀਜ਼ਾਂ ਨੂੰ ਅੰਡਰਸਟੈਂਡ ਕਰਦੇ ਹੋਏ ਵੇਖਿਆ ਕਿ ਇੱਥੇ ਇੱਕ ਬਹੁਤ ਵੱਡੀ ਜਿਹੜੀ ਹੈਗੀ ਆ ਪੇਰੈਂਟਸ ਦੀ, ਮਾਪਿਆਂ ਦੀ ਤਾਂਘ ਹੈਗੀ ਹੈ ਕਿ ਸਾਡੇ ਬੱਚੇ ਗੁਰਬਾਣੀ ਨਾਲ, ਪੰਜਾਬੀ ਨਾਲ ਜੁੜਨ। ਸੋ ਉਹ ਚੀਜ਼ ਨੂੰ ਭਾਫਦਿਆਂ ਹੋਇਆਂ ਜਿਹੜਾ ਹੈਗਾ ਮਹਾਰਾਜ ਨੇ ਆਪਾਂ ਨੂੰ ਇੱਕ ਆਈਡੀਆ ਦਿੱਤਾ ਜਿਹਨੂੰ ਆਪਾਂ ਐਕਸਪਲੋਰ ਕਰਨ ਜਾ ਰਹੇ ਹਾਂ ਹੌਲੀ ਹੌਲੀ। ਉਹ ਆਈਡੀਆ ਕੀ ਹੈ, ਥੋੜਾ ਜਿਹਾ ਦੱਸੋ। ਸੋ ਆਈਡੀਆ ਇਹ ਹੈਗਾ ਕਿ ਕੋਵਿਡ ਦੇ ਦੌਰਾਨ ਅਸੀਂ ਜਦੋਂ ਬਿਜ਼ਨਸ ਕਰਦੇ ਸੀ ਤੇ ਬਿਜ਼ਨਸ ਬਹੁਤੇ ਜਿਹੜੇ ਹੈਗੇ ਆ, ਤੁਸੀਂ ਲੋਕਾਂ ਨਾਲ ਇੰਟਰੈਕਸ਼ਨ ਨਹੀਂ ਸੀ ਕਰ ਸਕਦੇ। ਤਾਂ ਉਦੋਂ ਇਹ ਆਇਆ ਕਿ ਸਾਨੂੰ ਦੱਸਿਆ ਗਿਆ ਵੀ ਆਪਾਂ ਜ਼ੂਮ ਦੇ ਰਾਹੀਂ ਪੂਰੇ ਜਿਹੜਾ ਹੈਗਾ ਜਿੱਥੇ ਮਰਜ਼ੀ ਕੈਨੇਡਾ, ਅਮਰੀਕਾ ਦੇ ਵਿੱਚ ਆਪਣੇ ਬਿਜ਼ਨਸ ਨੂੰ ਬਿਲਡ ਕਰ ਸਕਦੇ। ਕਰੋਨਾ ਨੇ ਘੱਟੋ ਘੱਟ ਇਹ ਜ਼ਰੂਰ ਦਿੱਤਾ ਹਾਂ ਬੰਦੇ ਨੂੰ। ਹਾਂ, ਵੱਲੋਂ ਇੱਕ ਅਪਰਚੁਨਿਟੀ ਦਿਖੀ ਕਿ ਆਪਾਂ ਜਿਹੜਾ ਹੈਗਾ ਘਰ ਨਹੀਂ ਬਹਿਣਾ, ਅੱਗੇ ਵਧਣਾ। ਸੋ ਉੱਥੋਂ ਜਿਹੜਾ ਹੈਗਾ ਮੈਂ ਇੱਕ ਵੇਖਿਆ ਕਿ ਮੈਂ ਆਪਣੇ ਪਰਿਵਾਰ ਦੇ ਵਿੱਚ ਗੁਰਬਾਣੀ ਪੜ੍ਹਾਉਣੀ ਸ਼ੁਰੂ ਕੀਤੀ ਕਿ ਆਪਣੇ 5 ਪਰਿਵਾਰ ਸਾਰੇ ਘਰਾਂ 'ਚ ਬੈਠੇ ਸਨ ਕੁਛ 15-20 ਦਿਨ। ਤਾਂ ਉਦੋਂ ਮੈਂ ਆਪਣੇ ਪਰਿਵਾਰ ਤੋਂ ਸ਼ੁਰੂ ਕੀਤਾ ਤੇ ਮੈਂ ਉਹਨਾਂ ਨੂੰ ਗੁਰਬਾਣੀ ਦੀ ਸੰਥਿਆ ਕਰਾਉਣੀ ਸ਼ੁਰੂ ਕੀਤੀ। ਤਾਂ ਮੈਨੂੰ ਉੱਥੋਂ ਇੱਕ ਆਈਡੀਆ ਮਿਲਿਆ ਕਿ ਮੈਂ ਜਿਹੜਾ ਹੈਗਾ ਜ਼ੂਮ ਦੇ ਰਾਹੀਂ ਇੰਡੀਆ ਦੇ ਵਿੱਚ, ਕੈਨੇਡਾ ਦੇ ਵਿੱਚ, ਆਸਟ੍ਰੇਲੀਆ, ਨਿਊਜ਼ੀਲੈਂਡ, ਵਰਲਡ ਦੇ ਹਰ ਕੋਨੇ ਤੱਕ ਪਹੁੰਚਿਆ ਜਾ ਸਕਦਾ। ਕਿਉਂ ਨਾ ਆਪਾਂ ਇਹਦੇ ਰਾਹੀਂ ਲੋਕਾਂ ਨੂੰ ਪੰਜਾਬੀ ਸਿਖਾਈਏ, ਗੁਰਬਾਣੀ ਸਿਖਾਈਏ, ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਨਾਲ ਜੋੜੀਏ। ਚਲੋ ਇਹ ਤਾਂ ਬਾਅਦ ਚ ਪੁੱਛਾਂਗੇ ਵੀ ਕਿਉਂ ਸਿਖਾਉਣੀ ਚਾਹੁੰਦੇ ਨੇ, ਜਦੋਂ ਇੱਕ ਪਾਸੇ ਅੰਗਰੇਜ਼ੀ ਦੀ ਹਨੇਰੀ ਉਹ ਚ ਪੰਜਾਬੀ ਭਾਸ਼ਾ ਕਿੱਥੇ ਖੜੇਗੀ। ਅਰਸ਼ ਵੀਰੇ, ਤੁਸੀਂ ਇੰਡੀਆ ਤੋਂ ਉਡਾਰੀ ਕਿੱਥੋਂ ਮਾਰੀ ਤੇ ਕਦੋਂ ਮਾਰੀ ਕੈਨੇਡਾ ਤੇ? ਸੋ ਇੰਡੀਆ ਸਾਡਾ ਜਿਹੜਾ ਹੈ ਪਿੰਡ ਹੈਗਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਆ। ਰਾਜਪੁਰੇ ਤੋਂ 7 ਕਿਲੋਮੀਟਰ ਦੀ ਦੂਰੀ ਤੇ ਗੌਂਸਪੁਰ ਪਿੰਡ ਆ। ਉੱਥੋਂ ਜਿਹੜਾ ਹੈਗਾ ਆਪਾਂ ਪੜ੍ਹਾਈ ਜਿਹੜੀ ਹੈਗੀ ਬੇਸਿਕ ਜਿਹੜੀ ਹੈਗੀ ਆ ਆਪਣੀ ਰਾਜਪੁਰੇ ਤੋਂ ਕੀਤੀ। ਪਰ ਉਸ ਤੋਂ ਬਾਅਦ ਇੱਕ ਸਮਾਂ ਮੌਕਾ ਮਿਲਿਆ ਕਿ +2 ਦੇ ਦੌਰਾਨ ਮੈਨੂੰ ਇੱਕ ਸ਼ਖਸੀਅਤ ਭਾਈ ਪਰਮਜੀਤ ਸਿੰਘ ਖਾਲਸਾ ਮਿਲੇ। ਉਹਨਾਂ ਨੇ ਸਾਨੂੰ ਧਾਰਮਿਕ ਖੇਤਰ ਨਾਲ ਜੋੜਿਆ। ਸੋ ਉਹ ਸਾਰੇ ਦੇ ਦੌਰਾਨ ਇੱਕ ਹੋਰ ਤਬਦੀਲੀ ਆਈ ਜ਼ਿੰਦਗੀ ਦੇ ਵਿੱਚ, ਇੱਕ ਮਾਈਂਡ ਦੇ ਵਿੱਚ ਫੁਰਨਾ ਆਇਆ ਕਿ ਉਹਨਾਂ ਗੁਰਬਾਣੀ ਦੀ ਸੰਥਿਆ ਕੀਤੀ ਜਾਏ। ਤੇ ਦਮਦਮੀ ਟਕਸਾਲ ਦੇ ਵਿੱਚ ਜਾ ਕੇ ਸੰਥਿਆ ਕੀਤੀ 2004 ਤੋਂ 5 ਦੇ ਦੌਰਾਨ। ਤੇ ਫਿਰ ਉਸ ਤੋਂ ਬਾਅਦ ਹੀ ਜਿਵੇਂ ਇਦਾਂ ਲੱਗਿਆ ਕਿ ਮਹਾਰਾਜ ਹਰ ਕਾਰਜ ਵਿੱਚ ਆਪ ਹੀ ਸਾਰਾ ਕੁਝ ਸਹਾਈ ਹੋ ਰਹੇ ਨੇ। ਸੰਥਿਆ ਕਰਨ ਤੋਂ ਬਾਅਦ ਜਿਹੜਾ ਮੈਨੂੰ ਮਾਸਟਰਸ ਕੰਪੈਰੇਟਿਵ ਸਟੱਡੀ ਆਫ ਰਿਲੀਜਨ 'ਚ ਕਰਨ ਦਾ ਮੌਕਾ ਮਿਲਿਆ ਤੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਤੋਂ ਅਸੀਂ ਜਿਹੜਾ ਹੈਗਾ ਗੁਰਮਤਿ ਕਾਲਜ ਪਟਿਆਲਾ ਹੈਗਾ ਪੰਜਾਬੀ ਯੂਨੀਵਰਸਿਟੀ ਦਾ ਕਾਲਜ। ਸੋ ਉੱਥੋਂ ਅਸੀਂ ਜਿਹੜਾ ਹੈਗਾ ਮਾਸਟਰਸ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕੁਛ ਸਮਾਂ ਜਿਹੜਾ ਹੈਗਾ ਜੌਬ ਕਰਨ ਦਾ ਮੌਕਾ ਮਿਲਿਆ ਰਾਮਪੁਰੇ ਫੂਲ ਕਾਲਜ ਤੋਂ। ਉੱਥੇ ਐਜ਼ ਏ ਕੰਪੈਰੇਟਿਵ ਸਟੱਡੀ ਆਫ ਰਿਲੀਜਨ ਦੇ ਜਿਹੜੇ ਹੈਗੇ ਲੈਕਚਰਰ ਦੇ ਤੌਰ 'ਤੇ ਮੈਂ ਇੱਕ ਸੈਸ਼ਨ ਕੰਮ ਕੀਤਾ। ਉਸ ਤੋਂ ਬਾਅਦ ਫਿਰ ਸਿੱਧਾ ਹੀ ਇੱਥੇ ਆ ਕੇ ਕੈਨੇਡਾ ਦੇ ਵਿੱਚ, ਤੇ ਕੈਨੇਡਾ ਦੇ ਵਿੱਚ ਖਾਲਸਾ ਸਕੂਲ ਵਾਲਿਆਂ ਨੇ ਮੈਨੂੰ ਸਪੋਂਸਰ ਕੀਤਾ ਸੀ, ਖਾਲਸਾ ਸਕੂਲ ਸਰੀ ਨੇ। ਤੇ ਇੱਥੇ ਮੈਨੂੰ 5 ਸਾਲ ਕੰਮ ਕਰਨ ਦਾ ਮੌਕਾ ਮਿਲਿਆ। ਐਜ਼ ਏ ਹੈਡ ਟੀਚਰ ਵੀ ਮੈਂ ਕੰਮ ਕੀਤਾ। ਖਾਲਸਾ ਸਕੂਲ ਦੀਆਂ 4 ਲੋਕੇਸ਼ਨਾਂ ਨੇ। ਉਹ ਸਾਰੀਆਂ ਲੋਕੇਸ਼ਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਧਾਰਮਿਕ ਵਿਭਾਗ ਨੂੰ ਮੈਂ ਹੈਂਡਲ ਕਰਦਾ ਸੀ। ਸੋ ਇਹ ਮੌਕਾ ਮਿਲਿਆ ਤੇ ਹੁਣ ਫਿਰ ਉਸ ਤੋਂ ਬਾਅਦ 2014 ਤੋਂ ਜਿਹੜਾ ਹੈਗਾ ਮੈਂ ਵਰਲਡ ਫਾਈਨੈਂਸ਼ੀਅਲ ਗਰੁੱਪ ਕੰਪਨੀ ਦੇ ਨਾਲ ਜੁੜਿਆ ਹੋਇਆ। ਇਹ ਤਾਂ ਫਰਕ ਹੀ ਬੜਾ ਲੱਗਦਾ, ਕਿੱਥੇ ਤੁਸੀਂ ਟੀਚਿੰਗ ਲਾਈਨ ਨਾਲ ਜੁੜੇ, ਕਿੱਥੇ ਇੱਧਰ ਵਿੱਤੀ ਖੇਤਰ 'ਚ ਆ ਗਏ। ਸੋ ਇਹ ਵੀ ਦੇਖੋ, ਜਿਹੜਾ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਕਿ ਜਿਹੜੀ ਨੌਲੇਜ ਹੈਗੀ ਹੈ, ਜਿਹੜਾ ਗਿਆਨ ਆ, ਉਹੀ ਤੁਹਾਨੂੰ ਜਿਹੜਾ ਹੈਗਾ ਅਪਲਿਫਟ ਕਰ ਸਕਦਾ ਜ਼ਿੰਦਗੀ ਦੇ ਵਿੱਚ। ਜਿੱਥੇ ਅਸੀਂ ਇਸ ਦੇਸ਼ ਦੇ ਵਿੱਚ ਵੇਖਿਆ ਕਿ ਸਾਨੂੰ ਆਪਣੇ ਧਰਮ ਨਾਲ, ਆਪਣੇ ਵਿਰਸੇ ਨਾਲ ਜੁੜਨਾ ਚਾਹੀਦਾ, ਉੱਥੇ ਇੱਕ ਜਿਹੜੀ ਸਭ ਤੋਂ ਵੱਡੀ ਘਾਟ ਦਿਖੀ ਘਰਾਂ ਦੇ ਵਿੱਚ, ਉਹ ਫਾਈਨੈਂਸ਼ੀਅਲ ਜਿਹੜੀ ਹੈਗੀ ਆ ਐਜੂਕੇਸ਼ਨ ਦੀ ਦਿਖੀ ਕਿ ਲੋਕ ਪੈਸਾ ਕਮਾ ਰਹੇ ਨੇ ਪਰ ਪੈਸੇ ਨੂੰ ਸਾਂਭਣ ਦੀ ਸਮਝ ਨਹੀਂ ਹੈਗੀ। ਪੈਸਾ ਕਮਾ ਰਹੇ ਨੇ, ਪੈਸੇ ਨੂੰ ਜਿਹੜਾ ਹੈਗਾ
ਪੈਸੇ ਨੂੰ ਪੈਸਾ ਕਿਵੇਂ ਬਣਾ ਸਕਦਾ, ਇਸ ਗੱਲ ਦੀ ਸਮਝ ਨਹੀਂ। ਸੋ ਇਹਦੇ ਵਿੱਚ ਜਿਹੜਾ ਹੈਗਾ ਸਾਨੂੰ ਇੱਕ ਬਹੁਤ ਹੀ ਸਾਡੇ ਵਧੀਆ ਲੀਡਰ ਨੇ ਰਾਜਾ ਧਾਲੀਵਾਲ, ਉਹ ਜ਼ਿੰਦਗੀ 'ਚ ਮਿਲੇ। ਸੋ ਉਹਨਾਂ ਦੇ ਨਾਲ ਰਹਿ ਕੇ ਸਾਨੂੰ ਇਹ ਸਮਝ ਪਈ ਕਿ ਘਰਾਂ 'ਚ ਜਾ ਕੇ ਵੀ ਪਤਾ ਲੱਗਿਆ ਕਿ ਇੱਥੇ ਜਿਹੜੀ ਹੈਗੀ ਫਾਈਨੈਂਸ਼ੀਅਲ ਨੌਲੇਜ ਦੀ ਬੜੀ ਘਾਟ ਹੈ। ਪੈਸਾ ਕਮਾ ਰਹੇ ਨੇ ਪਰ ਜਿਹੜਾ ਹੈਗਾ ਅਗਲੀ ਜਨਰੇਸ਼ਨ ਤੱਕ ਪੈਸਾ ਕਿਵੇਂ ਟਰਾਂਸਫਰ ਕਰਨਾ, ਪੀਸ ਆਫ ਮਾਈਂਡ ਨਾਲ ਜ਼ਿੰਦਗੀ ਜਿਹੜੀ ਹੈਗੀ ਕਿਵੇਂ ਗੁਜ਼ਾਰਨੀ ਆ। ਇਹਨਾਂ ਦੇਸ਼ਾਂ ਦੇ ਵਿੱਚ ਸਾਡੀ ਕੋਈ ਜਾਇਦਾਦ ਨਹੀਂ ਹੈ। ਜਿਹੜਾ ਕੋਈ ਵੀ ਨਵਾਂ ਆਉਂਦਾ, ਕਿਸੇ ਦੀ ਜਾਇਦਾਦ ਨਹੀਂ ਇਸ ਦੇਸ਼ ਦੇ ਵਿੱਚ ਹੈਗੀ। ਜਦੋਂ ਜਾਇਦਾਦ ਨਹੀਂ ਹੈ ਤਾਂ ਫਿਰ ਜਿਹੜੇ ਮਾੜੇ ਚੰਗੇ ਸਮੇਂ ਦੇ ਵਿੱਚ ਜਿਹੜਾ ਹੈਗਾ ਪਰਿਵਾਰ ਕਿਵੇਂ ਜਿਹੜਾ ਹੈਗਾ ਉਹਨੂੰ ਸਰਵਾਈਵ ਕਰਨਗੇ। ਜੇ ਕੋਈ ਘਰ ਦਾ ਕੋਈ ਵੀ ਜੀ ਜਿਹੜਾ ਮੇਨ ਅਰਨਰ ਆ ਉਹ ਮਿਸਿੰਗ ਹੈਗਾ, ਉਹ ਕਿਵੇਂ ਸਰਵਾਈਵ ਕਰੇਗਾ। ਬੱਚਿਆਂ ਦੀ ਐਜੂਕੇਸ਼ਨ ਲਈ ਮੈਂ ਇੱਕ ਹੋਰ ਵੀ ਜਿਹੜੀ ਹੈਗੀ ਪ੍ਰੋਬਲਮ ਵੇਖੀ ਕਿ ਬੱਚਿਆਂ ਦੀ ਐਜੂਕੇਸ਼ਨ ਲਈ ਕੁਝ ਪਰਿਵਾਰਾਂ ਨੇ ਪੈਸੇ ਨਹੀਂ ਸੀ ਜੋੜੇ। ਉੱਥੇ ਸਮੱਸਿਆ ਇਹ ਆਈ ਕਿ ਬੱਚਿਆਂ ਨੇ ਲੋਨ ਲੈ ਕੇ ਜਿਹੜਾ ਹੈਗਾ ਪੜ੍ਹਾਈਆਂ ਕੀਤੀਆਂ। ਹੁਣ ਜਦੋਂ ਲੋਨ ਬੱਚੇ ਅਗਲੇ ਘਰਾਂ 'ਚ ਕੁੜੀਆਂ ਵਿਆਹ ਕੇ ਗਈਆਂ ਤਾਂ ਉਹ ਲੋਨ ਵੀ ਨਾਲ ਹੀ ਗਏ। ਸੋ ਉੱਥੇ ਘਰਾਂ ਦੇ ਵਿੱਚ ਕਨਫਲਿਕਟ ਖੜੇ ਹੋਏ। ਸੋ ਐਜੂਕੇਸ਼ਨ ਇੱਕ ਪਾਸੇ ਨਹੀਂ ਸੀ, ਬਹੁਤ ਪਾਸੇ ਅਸਰ ਕਰ ਰਹੀ ਸੀ। ਤੁਹਾਡਾ ਤਾਂ ਮਤਲਬ ਇਹ ਵੀ ਵਿੱਤੀ ਤੌਰ ਤੇ ਜਿੰਨਾ ਚਿਰ ਤੁਸੀਂ ਜਾਗਰਤ ਨਹੀਂ ਤੇ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਨਹੀਂ, ਇਹ ਦੇਸ਼ ਦਾ ਜੇ ਦੇਖੋ, ਇੱਕ ਇੱਥੇ ਤੇ ਤੁਸੀਂ ਆਪਾਂ ਇੰਡੀਆ ਤੋਂ ਆਏ ਆ ਤੇ ਆਪਾਂ ਕਾਰ ਦਾ ਵੀ ਲਾਇਸੈਂਸ ਲੈਣਾ ਤੇ ਆਪਾਂ ਕਾਰ ਤੇ ਆਪਾਂ ਨੂੰ ਪਹਿਲਾਂ ਹੀ ਚਲਾਉਣੀ ਆਉਂਦੀ ਹੈ। ਪਰ ਆਪਾਂ ਇੱਥੇ ਆ ਕੇ ਕਹੀਏ ਵੀ ਭਾਈ ਕਾਰ ਤੇ ਜਿਹੜੀ ਹੈਗੀ ਮੈਨੂੰ ਚਲਾਉਣੀ ਆਉਂਦੀ, ਪਰ ਉਹ ਕਹਿੰਦੇ ਭਾਈ ਸਾਡੇ ਰੂਲ ਐਂਡ ਰੈਗੂਲੇਸ਼ਨ ਸਮਝਣੇ ਪੈਣੇ ਨੇ। ਜੇ ਤੁਸੀਂ ਰੂਲ ਐਂਡ ਰੈਗੂਲੇਸ਼ਨ ਸਮਝੋਗੇ ਤਾਂ ਤੁਹਾਡਾ ਜਿਹੜਾ ਹੈਗਾ ਨੁਕਸਾਨ ਨਹੀਂ ਹੋਏਗਾ। ਇਸੇ ਤਰੀਕੇ ਨਾਲ ਫਾਈਨੈਂਸ਼ੀਅਲ ਉਹਦੇ ਖੇਤਰ 'ਚ ਇੱਥੇ ਵੀ ਹੈਗਾ ਕਿ ਤੁਹਾਨੂੰ ਇੱਥੋਂ ਦੇ ਟੈਕਸੇਸ਼ਨ ਨੂੰ ਬੇਸਿਕ ਨੂੰ ਸਮਝਣਾ ਪੈਣਾ। ਤੁਹਾਨੂੰ ਇੱਥੋਂ ਦੀ ਜਿਹੜੀ ਹੈਗੀ ਆ ਪੈਸੇ ਦੀ ਸਾਂਭ ਸੰਭਾਲ ਨੂੰ ਸਮਝਣਾ ਪੈਣਾ। ਪੈਸਾ ਨੈਕਸਟ ਜਨਰੇਸ਼ਨ ਦੇ ਵਿੱਚ ਜਿਹੜਾ ਹੈਗਾ ਜਾਣਾ ਉਹ ਸਮਝਣਾ ਪੈਣਾ। ਇੱਦਾਂ ਤੇ ਜਿਹੜੀ ਹੈਗੇ ਆ ਸਟੇਟ ਟੈਕਸਿਸ ਦਾ ਬੜਾ ਵੱਡਾ ਮੁੱਦਾ। ਪਰ ਇੱਕ ਸਵਾਲ ਮੇਰੇ ਦਿਮਾਗ 'ਚ ਆ ਰਿਹਾ ਵੀ ਤੁਸੀਂ ਸਕੂਲ ਦੇ ਹੈੱਡ ਟੀਚਰ ਦੀ ਪੋਸਟ ਛੱਡ ਕੇ ਆ ਗਏ, ਰਿਜ਼ਾਈਨ ਕਰਕੇ ਆ ਗਏ? ਉਹ ਇਹੀ ਸੀ ਕਿ ਉਹ ਸੈਸ਼ਨ ਪੂਰਾ ਹੋਇਆ ਸੀ ਤਾਂ ਮੈਂ ਬੇਨਤੀ ਕੀਤੀ ਸੀ ਵੀ ਮੈਨੂੰ ਜਿਹੜਾ ਹੈਗਾ ਇੱਕ ਲੱਗਿਆ ਕਿ ਫਾਈਨੈਂਸ਼ੀਅਲ ਤੌਰ ਦੇ ਉੱਤੇ ਵੀ ਆਪਣੇ ਆਪ ਦੀ ਸਮਝ ਚਾਹੀਦੀ, ਕਿਉਂਕਿ ਇਸ ਦੇਸ਼ ਦੇ ਵਿੱਚ ਜੇਕਰ ਆਪਾਂ 30-40 ਸਾਲ ਲਈ ਰਹਿਣਾ ਤਾਂ ਤੁਹਾਨੂੰ ਇੱਥੋਂ ਦੇ ਫਾਈਨੈਂਸ਼ੀਅਲ ਢਾਂਚੇ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ। ਕਿਉਂਕਿ ਤੁਹਾਡਾ ਹਰ ਇੱਕ ਜਿਹੜਾ ਪੈਸਾ ਆ ਉਹਦਾ 60-70% ਇਹਨਾਂ ਚੀਜ਼ਾਂ 'ਚ ਜਾਣਾ, ਫਾਈਨੈਂਸ਼ੀਅਲ ਸਰਵਿਸਿਜ਼ 'ਚ ਜਾਣਾ। ਤਾਂ ਮੈਨੂੰ ਇਹ ਗੱਲ ਕਲਿੱਕ ਕੀਤੀ ਸੀ ਕਿ ਜਦੋਂ ਸਾਰੀ ਉਮਰ ਤੁਹਾਡਾ ਪੈਸਾ 60 ਤੋਂ 70% ਕਿਤੇ ਜਾਣਾ ਹੋਏ, ਉਸ ਖੇਤਰ ਬਾਰੇ ਤੁਹਾਨੂੰ ਸਮਝ ਹੋਣੀ ਬਹੁਤ ਜ਼ਰੂਰੀ ਹੈ। ਓਕੇ, ਤੇ ਹੁਣ ਤੁਸੀਂ ਪੂਰੀ ਤਰ੍ਹਾਂ ਵਰਲਡ ਜੀ ਇਹਦੇ 'ਚ ਗਰੁੱਪ 'ਚ ਕੰਮ ਕਰਦੇ? ਹਾਂਜੀ, ਵਰਲਡ ਫਾਈਨੈਂਸ਼ੀਅਲ ਗਰੁੱਪ 'ਚ ਮੈਂ 2014 'ਚ ਸ਼ੁਰੂ ਕੀਤਾ ਸੀ ਤੇ ਹੁਣ ਜਿਹੜਾ ਹੈਗਾ ਆਲਮੋਸਟ ਲਗਭਗ 8 ਸਾਲ ਹੋ ਗਏ ਨੇ। ਤੇ ਇੱਥੇ ਜਿਹੜਾ ਹੈਗਾ ਇੱਕ ਆਪਣੇ ਕੋਲ ਪ੍ਰਿਵਿਲੇਜ ਸੀ, ਜਿੱਥੇ ਅਸੀਂ ਫਾਈਨੈਂਸ਼ੀਅਲ ਨੌਲੇਜ ਲੈਣੀ ਹੈ ਉੱਥੇ ਆਪਾਂ ਇੱਥੇ ਆਪਣੀ ਬ੍ਰੋਕਰੇਜ ਬਿਲਡ ਕਰ ਸਕਦੇ ਸੀ। ਸੋ ਦੋਵੇਂ ਹੀ ਸੀ ਕਿ ਆਪਣੇ ਹੱਥ ਵਧਾ ਸਕਦੇ ਸੀ। ਜੇ ਆਪਣੀ ਆਮਦਨ ਵਧਾਉਣੀ ਹੈ ਤੁਹਾਨੂੰ ਹੱਥ ਵਧਾਉਣੇ ਪੈਣੇ ਨੇ। ਸੋ ਬੇਸਿਕ ਜਿਹੀਆਂ ਗੱਲਾਂ ਸਮਝ ਪਈਆਂ ਸਨ ਜਿਹਦੇ ਕਰਕੇ ਆਪਾਂ ਜਿਹੜਾ ਹੈਗਾ ਇਹ ਕੰਮ ਦੇ ਵਿੱਚ ਜਿਹੜਾ ਹੈਗਾ ਸ਼ੁਰੂ ਕੀਤਾ ਹੈ। ਅਰਸ਼ਵੀਰ, ਤੁਸੀਂ ਹੁਣ ਇਸ ਫੀਲਡ 'ਚ ਤਾਂ ਬਹੁਤ ਬਿਜੀ ਹੋਗੇ ਤੇ ਤੁਸੀਂ ਹੁਣ ਅਗਲਾ ਇੱਕ ਕਦਮ ਚੱਕ ਲਿਆ ਵੀ ਮੈਂ ਮਾਂ ਬੋਲੀ ਦੀ ਸੇਵਾ ਕਰਨੀ, ਹੁਣ ਵੀ ਤੁਸੀਂ ਕਰ ਰਹੇ ਜੇ। ਉਹ ਹੁਣ ਕਿਵੇਂ ਅੱਗੇ ਵਧੋਗੇ? ਸੋ ਇਹਦੇ ਵਿੱਚ ਇਹ ਹੈਗਾ ਕਿ ਆਪਾਂ ਧਾਰਮਿਕ ਸ਼ਖਸੀਅਤਾਂ ਦੀ ਜਿਹੜੀ ਹੈਗੀ ਹੈ ਸੰਗਤ ਕੀਤੀ ਹੈ। ਉਹਨਾਂ ਦੀ ਸੰਗਤ ਦੇ ਦੌਰਾਨ ਸਾਨੂੰ ਇਹ ਸਮਝ ਪਈ ਵੀ ਆਪਾਂ ਦਸਵੰਧ ਕੱਢਣਾ ਆਪਣੀ ਜ਼ਿੰਦਗੀ ਦਾ, ਉਹ ਸਮੇਂ ਦਾ ਵੀ ਕੱਢਣਾ, ਪੈਸੇ ਦਾ ਵੀ ਕੱਢਣਾ, ਤਨ ਮਨ ਧਨ ਦਾ ਆ। ਸੋ ਗੁਰੂ ਦੇ ਲੇਖੇ ਵੀ ਆਪਾਂ ਕੁਝ ਸਮਾਂ ਲਾਉਣਾ, ਇਹ ਸ਼ੁਰੂ ਤੋਂ ਅਸੀਂ ਸੁਣਦੇ ਆ ਰਹੇ ਸੀ। ਤੇ ਹੁਣ ਮੈਨੂੰ ਲੱਗਿਆ ਕਿ ਆਪਾਂ ਜਿੱਥੇ ਫਾਈਨੈਂਸ਼ੀਅਲੀ ਜਿਹੜਾ ਹੈਗਾ ਠੀਕ ਹੋ ਗਏ ਆ, ਵਧੀਆ ਹੋ ਗਏ ਆ, ਤਾਂ ਹੁਣ ਸਾਨੂੰ ਗੁਰੂ ਲਈ ਵੀ ਸਮਾਂ ਕੱਢਣਾ ਚਾਹੀਦਾ। ਸੋ ਉਹਦੇ ਤਹਿਤ ਹੀ ਆਪਾਂ ਜਿਹੜਾ ਕਾਰਜ ਜਿਹੜਾ ਹੈਗਾ ਸ਼ੁਰੂ ਕੀਤਾ। ਕਿਵੇਂ, ਕੀ ਪ੍ਰੋਸੈਸ ਚਲਾਓਗੇ? ਦਿਮਾਗ 'ਚ ਕੀ ਕੁਛ ਆਇਆ, ਥੋੜਾ ਖਾਕਾ ਦੱਸੋ। ਇੱਦਾਂ ਹੈਗਾ ਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਆਪਣੇ ਘਰ ਤੋਂ ਸ਼ੁਰੂ ਕੀਤਾ। ਪਹਿਲਾਂ ਘਰ ਤੋਂ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਆਪਣੇ ਪਰਿਵਾਰ ਨੂੰ ਪਹਿਲਾਂ ਗੁਰਬਾਣੀ ਦੀ ਸੰਥਿਆ ਕਰਵਾਈ ਕੋਵਿਡ ਦੇ ਦੌਰਾਨ। ਉਸੇ ਦੌਰਾਨ ਹੀ ਮੇਰੀ ਜਿਹੜੀ ਬੇਟੀ ਆ ਉਹ 3.5 ਸਾਲ ਦੀ ਹੋਈ। ਤਾਂ ਮੈਨੂੰ ਇਹ ਲੱਗਿਆ ਕਿ ਮੈਂ ਇਹਨੂੰ ਸਕੂਲ ਜਾਣ ਤੋਂ ਪਹਿਲਾਂ ਪੰਜਾਬੀ ਸਿਖਾਉਣੀ ਆ, ਤਾਂ ਮੈਂ ਉਹਦੇ ਉੱਤੇ ਇਹ ਕੰਮ ਸ਼ੁਰੂ ਕੀਤਾ। ਸੋ 5 ਸਾਲ ਤੱਕ, 1.5 ਸਾਲ ਮੇਰੇ ਕੋਲ ਜਿਹੜਾ ਹੈਗਾ ਮੈਂ ਉਹਨੂੰ ਸਿਖਾਉਂਦਾ ਰਿਹਾ। 1.5 ਸਾਲ ਦੇ ਵਿੱਚ ਮੈਂ ਉਹਨੂੰ ਜਿੱਥੇ ਪੰਜਾਬੀ ਸਿਖਾਈ ਉੱਥੇ ਗੁਰਬਾਣੀ ਸਿਖਾਈ, ਗੁਰਬਾਣੀ ਯਾਦ ਕੀਤੀ। ਸੋ 5 ਸਾਲ ਦੀ ਉਮਰ ਦੇ ਵਿੱਚ ਉਹਨੇ ਲਗਭਗ ਆਲਮੋਸਟ 5 ਬਾਣੀਆਂ ਨੂੰ ਚੇਤੇ ਕਰ ਲਿਆ ਸੀ। ਮੈਂ ਵੇਖਿਆ ਕਿ ਮੇਰੀ ਵਾਈਫ ਜਿਹੜੀ ਉਹਨੂੰ ਲਗਾਤਾਰ ਗੁਰਬਾਣੀ ਸਿਖਾਉਂਦੀ ਸੀ, ਪਰ ਜਦੋਂ ਦੂਰ ਬੈਠਾ ਮੈਂ ਸੁਣਦਾ ਸੀ, ਮੈਨੂੰ ਗੁਰਬਾਣੀ ਪੜ੍ਹਨ ਦੇ ਵਿੱਚ ਲੱਗਦਾ ਸੀ ਵੀ ਇਹ ਪ੍ਰੋਪਰ ਨਹੀਂ ਪੜ੍ਹ ਰਹੀ, ਵੀ ਇਹਦੀ ਸੰਥਿਆ ਹੋਣੀ ਚਾਹੀਦੀ ਹੈ। ਤੇ ਫਿਰ ਉਹ ਭੁੱਲ ਜਾਂਦੀ ਸੀ। ਮੈਂ ਆਪਣੇ ਵਾਈਫ ਨੂੰ ਕਿਹਾ ਕਿ ਆਪਾਂ ਕਿਉਂ ਨਾ ਪਹਿਲਾਂ ਇਹਨੂੰ ਪੰਜਾਬੀ ਸਿਖਾ ਦਈਏ ਤੇ ਲਾਈਫ ਟਾਈਮ ਲਈ ਗੁਰਬਾਣੀ ਆਪੇ ਪੜ੍ਹੀ ਜਾਊਗੀ। ਸੋ ਮੈਂ ਉਸ ਪ੍ਰੋਜੈਕਟ ਤੋਂ ਆਪਣੇ ਪਰਿਵਾਰ ਤੋਂ, ਘਰ ਤੋਂ ਸ਼ੁਰੂ ਕੀਤਾ। ਤੇ ਉਹੀ ਆਈਡੀਆ ਫਿਰ ਮੇਰੇ ਇੱਥੇ ਹੁਣ ਇਹ ਲੱਗਿਆ ਕਿ ਕਿਉਂ ਨਾ ਜਿਹੜੇ 3.5 ਤੋਂ 5 ਸਾਲ ਦੇ ਬੱਚੇ ਨੇ
ਉਹਨਾਂ ਦੀ ਜ਼ੁਬਾਨ ਜਿਹੜੀ ਉਦੋਂ ਵਧੀਆ ਬੋਲਣ ਲੱਗ ਜਾਂਦੀ ਹੈ। ਤੇ ਉਹ ਬੱਚੇ ਘਰਾਂ 'ਚ ਵਿਹਲੇ ਨੇ, ਕਾਰਟੂਨ ਵੇਖ ਰਹੇ ਨੇ, ਟੀਵੀਆਂ ਤੇ ਲੱਗੇ ਨੇ, ਉਹਨਾਂ ਦਾ ਜੀ ਵੀ ਕਰਦਾ ਕਿ ਅਸੀਂ ਲੈਪਟਾਪ ਦੇ ਅੱਗੇ ਬਹੀਏ, ਅਸੀਂ ਉਹ ਕਰੀ। ਕਿਉਂ ਨਾ ਮੈਂ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਦੇ ਘਰਾਂ ਤੱਕ ਪਹੁੰਚ ਕਰਕੇ ਜ਼ੂਮ ਦੇ ਉੱਤੇ ਮੈਂ ਇਹਨਾਂ ਨੂੰ ਪੰਜਾਬੀ ਸਿਖਾਉਣੀ ਸ਼ੁਰੂ ਕਰਾਂ 3.5 ਤੋਂ 5 ਸਾਲ ਦੇ ਬੱਚਿਆਂ ਨੂੰ। ਓਕੇ, ਮਤਲਬ 3.5 ਤੋਂ 5 ਸਾਲ ਦੇ ਬੱਚੇ ਮੇਨ ਤੁਹਾਡਾ ਟਾਰਗੇਟ ਮੇਨ ਟਾਰਗੇਟ ਹੈ, ਕਿਉਂਕਿ ਸਕੂਲ ਨਹੀਂ ਜਾਂਦੇ ਤੇ ਘਰ ਦੇ ਵਿੱਚ ਜਿਹੜਾ ਹੈਗਾ ਮਾਂ ਪਿਓ ਚਾਹੁੰਦੇ ਨੇ ਇਹਨਾਂ ਦੀ ਕੋਈ ਨਾ ਕੋਈ ਤੁਹਾਡਾ ਐਕਟੀਵਿਟੀ। ਮਤਲਬ ਵੀ ਜਦੋਂ ਉਹਨਾਂ ਦੀ ਜ਼ੁਬਾਨ ਚੱਲਣ ਲੱਗੀ, ਬੋਲਣ ਦੇ ਸਮਰੱਥ ਹੋਈ, ਤੇ ਨਾਲ ਹੀ ਤੁਸੀਂ ਉਹਨਾਂ ਨੂੰ ਗੁੜਤੀ ਦੇ ਦਿਓ ਮਾਂ ਬੋਲੀ। ਮਾਂ ਬੋਲੀ ਗੁੜਤੀ ਇਹ ਬੈਸਟ ਟਾਈਮ ਹੈ। ਉਹ ਕੋਰੀਆਂ ਸਲੇਟਾਂ ਨੇ, ਕੋਰੀ ਸਲੇਟ ਦੇ ਉੱਤੇ ਇਸ ਵੇਲੇ ਆਪਾਂ ਜੇ ਉਹਨਾਂ ਨੂੰ ਪੰਜਾਬੀ ਸਿਖਾ ਦਈਏ, ਓਕੇ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਸਿਖਾ ਦਈਏ, ਜਪਜੀ ਸਾਹਿਬ ਸਿੱਖ ਲੈਣ। ਸੋ ਮੇਰਾ ਮੇਨ ਗੋਲ ਇਹ ਆ ਕਿ ਮੈਂ ਬਹੁਤ ਲੋਕਾਂ ਨੂੰ ਜਿਹੜਾ ਹੈਗਾ ਪੰਜਾਬੀ ਸਿਖਾਵਾਂ। ਤੇ ਇੱਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਰਹਿਣ ਕਰਕੇ, ਖਾਲਸਾ ਸਕੂਲ 'ਚ ਰਹਿਣ ਕਰਕੇ, ਪੰਜਾਬੀ ਦੇ ਟੀਚਰ ਹੋਣ ਕਰਕੇ ਮੈਨੂੰ ਚੀਜ਼ਾਂ ਮੈਨੇਜ ਕਰਨ ਦਾ ਵੀ ਸ਼ੌਂਕ ਸੀ। ਤੇ ਉਹ ਮੈਨੇਜ ਮੈਨੂੰ ਔਖਾ ਨਹੀਂ ਲੱਗਦਾ, ਮੇਰੇ ਲਈ ਭਾਰ ਨਹੀਂ ਹੈ ਵੀ ਮੈਂ ਜਿਹੜਾ ਹੈਗਾ ਇਹਨਾਂ ਚੀਜ਼ਾਂ ਨੂੰ ਮੈਨੇਜ ਕਿਵੇਂ ਕਰਾਂਗਾ। ਜੇ ਮੰਨ ਲਓ ਜ਼ੂਮ ਦੇ ਉੱਤੇ ਇੱਕ ਟਾਈਮ ਦੇ ਉੱਤੇ ਤੁਸੀਂ 5 ਤੋਂ 10 ਬੱਚਿਆਂ ਨੂੰ ਇੱਕ ਟਾਈਮ ਤੇ ਸਿਖਾ ਸਕਦੇ ਹੋ, 40 ਕੁ ਮਿੰਟ ਦੀ ਤੁਸੀਂ ਕਲਾਸ ਰੱਖ ਸਕਦੇ ਹੋ, ਤੇ ਸਾਰਾ ਦਿਨ ਜੇ ਤੁਸੀਂ ਇਹ ਕਲਾਸਾਂ ਜਿਹੜੀਆਂ ਰਨ ਕਰਨੀਆਂ ਫਿਰ ਤੁਸੀਂ ਕੁਛ ਨਾ ਕੁਛ ਟੀਚਰ ਵੀ ਹਾਇਰ ਕਰ ਸਕਦੇ ਹੋ। ਓਕੇ, ਸੋ ਮੈਂ ਉਹਦੇ ਬਾਰੇ ਵੀ ਸੋਚਿਆ ਕਿ ਇੰਡੀਆ ਤੋਂ ਜਿਹੜਾ ਹੈਗਾ ਟੀਚਰ ਹਾਇਰ ਕਰਕੇ ਤੇ ਨਾਲ ਜਿਹੜਾ ਇਹਨਾਂ ਕਲਾਸਾਂ ਦੇ ਵਿੱਚ ਇਨਵੋਲਵ ਕਰ ਲੈਣੇ ਨੇ, ਤੇ ਜਿਹੜਾ ਹੈਗਾ ਜਿਹਦੇ ਨਾਲ ਮੇਰਾ ਆਪਣਾ ਜਿਹੜਾ ਇਹ ਕੰਮਕਾਰ ਚੱਲਦਾ, ਰੁਜ਼ਗਾਰ ਹੈ, ਉਹ ਵੀ ਨਾਲ ਚੱਲਦਾ ਰਹੇ, ਤੇ ਨਾਲ ਮੈਂ ਇਹਨਾਂ ਚੀਜ਼ਾਂ ਨੂੰ ਮੈਨੇਜ ਕਰਦਾ ਹੋਇਆ। ਪਰ ਅਸਲ ਵਿੱਚ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ, ਹਾਂਜੀ, ਬੱਚੇ ਜੇ ਤੁਹਾਡੇ ਕੋਲ ਅੱਗੇ ਆਉਣਗੇ ਪੜ੍ਹਨ ਲਈ ਤਾਂ ਹੀ ਤੁਸੀਂ ਪੜ੍ਹਾਓਗੇ। ਤੁਸੀਂ ਜਿਹੜੇ ਮਾਪੇ ਨੇ ਕੈਨੇਡਾ, ਅਮਰੀਕਾ, USA ਜਾਂ ਵਿਦੇਸ਼ਾਂ 'ਚ ਰਹਿੰਦੇ ਨੇ, ਉਹਨਾਂ ਦੇ ਦਿਮਾਗ 'ਚ ਇੱਕ ਗੱਲ ਤੇ ਬੜੀ ਸਪਸ਼ਟ ਹੈ ਵੀ ਅੰਗਰੇਜ਼ੀ ਤੋਂ ਬਿਨਾਂ ਸਾਡੇ ਬੱਚੇ ਅੱਗੇ ਵੱਧ ਨਹੀਂ ਸਕਦੇ। ਉਹਨਾਂ ਨੂੰ ਕਿਵੇਂ ਅਵੇਅਰ ਕਰੋਗੇ ਵੀ ਉਹ ਤੁਹਾਡੇ ਕੋਲ ਪੜ੍ਹਨ ਆਉਣ? ਜਿਹੜੇ ਤੇ ਜਿਹੜੀ ਹੁਣ ਆ ਰਹੇ ਨੇ ਲੋਕ, ਜਿਹੜੇ ਪਹਿਲੇ ਆ ਰਹੇ ਸੀ ਉਹਨਾਂ ਨੇ ਬਹੁਤ ਸਮਾਂ ਜਿਹੜਾ ਹੈਗਾ ਨਾ ਕੰਮਾਂ ਕਾਰਾਂ ਤੇ ਲਾਇਆ, ਉਹਨਾਂ ਦੇ ਬੱਚਿਆਂ ਵੱਲ ਘੱਟ ਧਿਆਨ ਗਿਆ। ਜੇ ਤੁਸੀਂ ਵੇਖੋਗੇ ਕਿ ਜਿਹੜੇ ਆਪਾਂ ਜੇ ਇੱਕ ਗੱਲ ਕਰ ਲਈ, ਇੱਕ ਸਰੀ ਦੀ ਗੱਲ ਕਰ ਲਈ, ਸਰੀ 'ਚ ਬੱਚਾ ਜਨਮਿਆ ਵੱਖਰਾ ਹੈ, ਐਬਸਫੋਰਡ 'ਚ ਵੱਖਰਾ ਹੈ, ਵੈਨਕੂਵਰ 'ਚ ਵੱਖਰਾ। ਉਹ ਕਿਵੇਂ? ਵੈਨਕੂਵਰ ਵਾਲੇ ਬੱਚੇ ਜਦੋਂ ਮਾਂ ਪਿਓ ਬੋਲਦੇ ਨੇ ਪੰਜਾਬੀ ਤੋਂ ਅੱਗੋਂ ਅੰਗਰੇਜ਼ੀ ਜਵਾਬ ਦਿੰਦੇ ਨੇ, ਪੰਜਾਬੀ ਤੋਂ ਕੋਰੇ ਨੇ, ਪੰਜਾਬੀ ਤੋਂ ਕੋਰੇ ਨੇ। ਹੌਲੀ ਹੌਲੀ ਜੇ ਆਉਂਦੀ ਵੀ, ਤੇ ਜਦੋਂ ਇਹ ਸਕੂਲ ਜਾਂਦੇ ਨੇ ਨਾ ਬੱਚੇ, ਹੁਣ ਟੀਚਿੰਗ ਲਾਈਨ ਦੇ ਵਿੱਚ ਰਹਿ ਕੇ ਮੈਨੂੰ ਬੱਚਿਆਂ ਦੇ ਸੁਭਾਅ ਬਾਰੇ ਪਤਾ ਲੱਗ ਗਿਆ, ਇਹਨਾਂ ਦਾ ਸੁਭਾਅ ਕਿਦਾਂ ਦਾ। ਟੀਚਿੰਗ ਲਾਈਨ 'ਚ ਰਹਿਣ ਕਰਕੇ ਮੈਨੂੰ ਮਾਪਿਆਂ ਦੀਆਂ ਪ੍ਰੋਬਲਮਸ ਪਤਾ ਲੱਗ ਗਈਆਂ ਵੀ ਅਸਲ 'ਚ ਉਹ ਵਿਰਸੇ ਨਾਲ ਜੋੜਨਾ ਚਾਹੁੰਦੇ ਨੇ ਪਰ ਸਮਾਂ ਨਹੀਂ ਹੈ। ਸੋ ਸਮਾਂ ਬੈਸਟ ਟਾਈਮ ਜਿਹੜਾ ਹੈਗਾ ਜੇ ਆਪਾਂ ਬੱਚੇ ਨੂੰ ਸਕੂਲ ਜਾਣ ਤੋਂ ਪਹਿਲਾਂ ਹੀ ਪੰਜਾਬੀ ਸਿਖਾ ਦਈਏ। ਤੁਹਾਡਾ ਮਤਲਬ ਵੀ ਉਹਨਾਂ ਨੂੰ ਨਾ ਛੱਡਣ ਜਾਣਾ ਪੈਣਾ, ਨਾ ਲਿਆਉਣ ਜਾਣਾ ਪੈਣਾ, ਬਿਠਾਉਣਾ ਹੀ ਹੈ। ਘਰ ਬੈਠੇ ਹੀ ਜਿਹੜੀ ਹੈ ਉਹ ਗੁੜਤੀ ਮਿਲ ਜਾਣੀ ਹੈ। ਗੁੜਤੀ ਮਿਲ ਜਾਣੀ। ਉਹਨਾਂ ਕੋਲ ਵੈਸੇ ਸਭ ਤੋਂ ਵੱਡਾ ਸੋਰਸ ਜਿਹੜਾ ਇਸ ਵੇਲੇ ਪੰਜਾਬੀ ਸਿਖਾਉਣ ਦਾ ਸਾਡੇ ਦਾਦਾ ਦਾਦੀ ਨੇ। ਉਹ ਮਾਂ ਪਿਓ ਦਾਦਾ ਦਾਦੀ ਇੱਥੇ ਬਹੁਤ ਨੇ ਅਵੇਲੇਬਲ, ਉਹੀ ਕਹਿਦੇ ਨੇ ਅੱਜ ਕੱਲ੍ਹ। ਹਾਂ, ਕਹਿਦੇ ਉਹੀ ਨੇ। ਸੋ ਇੱਥੇ ਬੜਾ ਵੱਡਾ ਜੇ ਕਹਿ ਲਓ ਨਾ ਵੀ ਇੱਥੇ ਐਸਟ ਨੇ ਸਾਡੇ ਮਾਂ ਪਿਓ ਸਾਡੇ ਲਈ, ਸਾਡੇ ਬੱਚਿਆਂ ਨੂੰ ਸਾਂਭਣ ਲਈ। ਉਹ ਸਿਖਾਉਂਦੇ ਵੀ ਨੇ ਉਹਨਾਂ ਨੂੰ, ਪਰ ਇਹ ਹੈ ਕਿ ਚਲੋ ਕਈ ਵਾਰੀ ਸੀਕੁਐਂਸ ਨਹੀਂ ਪਤਾ ਹੁੰਦੀ ਵੀ ਆਪਾਂ ਸਿਖਾਈਏ ਕਿੱਥੋਂ ਸ਼ੁਰੂ ਕਰੀਏ, ਕਿੱਥੇ ਖਤਮ ਕਰੀਏ, ਕਿਹੜੀ ਚੀਜ਼ ਨੂੰ ਸਿਖਾਉਣ ਨਾਲੇ ਛੇਤੀ ਸਿੱਖ ਜਾਣਗੇ, ਕਿਹੜਾ ਇਹਨਾਂ ਦਾ ਕਰੀਕੁਲਮ ਕੀ ਹੋਏ। ਹੁਣ ਇੱਥੋਂ ਦੇ ਅਸੀਂ ਕਰੀਕੁਲਮ ਡਿਵੈਲਪ ਕੀਤੇ ਨੇ। ਜਿਹੜਾ ਤੁਹਾਨੂੰ ਮੈਂ ਅੱਗੇ ਗੱਲ ਕਰਦਾ ਸੀ, ਜਿਹੜੇ ਸਰੀ ਦੇ ਬੱਚੇ ਨੇ ਡਿਫਰੈਂਟ ਨੇ, ਜਿਹੜੇ ਬੱਚੇ ਐਡਮਿੰਟਨ ਕੈਲਗਰੀ ਦੇ ਉਹਨੂੰ ਡਿਫਰੈਂਟ ਨੇ, ਜਿਹੜੇ ਟੋਰਾਂਟੋ ਦੇ ਉਹ ਡਿਫਰੈਂਟ ਨੇ। ਓਕੇ। ਤੇ ਪਰ ਮਾਂ ਪਿਓ ਦੀ ਸੋਚ ਇਹ ਹੈਗੀ ਹੈ। ਪਿਛਲੇ ਟਾਈਮ ਦੇ ਵਿੱਚ ਜਦੋਂ ਦਾ ਸੋਸ਼ਲ ਮੀਡੀਆ ਦਾ ਯੁੱਗ ਆਇਆ, ਲੋਕ ਸੋਸ਼ਲ ਮੀਡੀਆ ਨਾਲ ਜਿੱਥੇ ਸਮਝ ਲਓ ਵੀ ਇੱਕ ਅਲਾਮਤ ਵੀ ਲੱਗੀ ਹੈ, ਪਰ ਉੱਥੇ ਇੱਕ ਇਹ ਵੀ ਫਾਇਦਾ ਹੋਇਆ ਕਿ ਉਹ ਚਾਹੁੰਦੇ ਨੇ ਕਿ ਸਾਡੀ ਮਾਂ ਬੋਲੀ ਨਾਲ ਸਾਡੇ ਬੱਚੇ ਜੁੜਨ। ਉਹਨਾਂ ਦੇ ਅੰਦਰ ਇੱਛਾ ਸ਼ਕਤੀ ਹੈ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਸੋਚ ਡਰ ਵੀ ਹੈਗਾ ਵੀ ਜੇ ਆਪਣੀ ਮਾਂ ਬੋਲੀ ਭੁੱਲ ਗਏ ਤੇ ਕਾਹਲੇ ਜੋਗੇ ਰਹਿਣ। ਨਹੀਂ, ਡਰ ਉਹਨਾਂ ਨੇ ਰਿਜ਼ਲਟ ਵੇਖ ਲਏ ਨੇ। ਇੱਥੇ ਤੁਸੀਂ ਬੱਚੇ ਬਹੁਤ ਜਿਹੜੇ ਹੈਗੇ ਆ ਪੁੱਠੇ ਸਿੱਧੇ ਚੱਕਰਾਂ 'ਚ ਪੈ ਗਏ ਨੇ, ਨਸ਼ਿਆਂ 'ਚ ਪਏ ਨੇ। ਸਾਡੇ ਕੋਲ ਡਾਇਰੈਕਸ਼ਨ ਹੀ ਨਹੀਂ ਜਦੋਂ ਦੇਣ ਨੂੰ ਹੈ, ਸਾਡੇ ਕੋਲ ਕੋਈ ਵੱਡਾ ਜਿਹੜਾ ਮੋਟਿਵ ਹੀ ਨਹੀਂ ਹੈ ਕਿ ਜੇ ਮੇਰਾ ਇਹ ਮੰਨਣਾ ਕਿ ਜੇ ਅਸੀਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜ ਦਾਂਗੇ ਨਾ, ਤਾਂ ਆਪਣੇ ਵਿਰਸੇ ਨਾਲ ਜੋੜ ਦਾਂਗੇ, ਆਪਣੇ ਜਿਹੜੇ ਹੈਗੇ ਨੇ ਸੱਭਿਆਚਾਰ ਨਾਲ, ਇਹਨਾਂ ਚੀਜ਼ਾਂ ਨਾਲ ਜੋੜਾਂਗੇ, ਤਾਂ ਬੱਚਿਆਂ ਦਾ ਜਿਹੜਾ ਅਗਲਾ ਜੀਵਨ ਹੈ ਉਹ ਸੁਰੱਖਿਅਤ ਹੋਏਗਾ। ਪਰ ਅਰਸ਼ਵੀਰ ਜੀ ਇੱਕ ਹੋਰ ਗੱਲ ਵੀ ਹੈ, ਕਹਿੰਦੇ ਕੈਨੇਡਾ 'ਚ ਤੇ ਪੰਜਾਬੀ ਜਿਹੜੀ ਹੈ ਇਹ ਰੁਜ਼ਗਾਰ ਦੀ ਭਾਸ਼ਾ ਵੀ ਬਣ ਗਈ ਹੈ, ਉਹਦੇ ਲਈ ਵੀ ਫਾਇਦਾ। ਬਿਲਕੁਲ, ਤੁਸੀਂ ਜਿਹੜੇ ਮਰਜ਼ੀ ਬੈਂਕ 'ਚ ਜਾਓ, ਜਿੰਨੀਆਂ ਸਾਨੂੰ ਘਰਾਂ 'ਚੋਂ CRA ਦੀਆਂ ਲੈਟਰਸ ਆਉਂਦੀਆਂ, ICBC ਦੀਆਂ ਲੈਟਰਸ ਆਉਂਦੀਆਂ, ਹਰ ਥਾਂ ਤੇ ਪੰਜਾਬੀ ਜਿਹੜੀ ਹੈਗੀ ਹੈ, ਪੰਜਾਬੀ 'ਚ ਆਉਂਦੀਆਂ। ਬਿਲਕੁਲ। ਸੋ ਇੱਥੇ ਜਿਹੜਾ ਹੈਗਾ
ਇਹ ਆਪਣੀ ਕਮੀ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਅੱਗੇ ਨਾ ਦੇ ਪਾਈਏ। ਇਹ ਦੇਸ਼ ਨੇ ਸਾਨੂੰ ਓਪਰਚੁਨਿਟੀ ਬਹੁਤ ਵੱਡੀ ਦਿੱਤੀ ਹੈ। ਓਕੇ। ਇਹਨਾਂ ਨੇ ਸਾਨੂੰ ਸਪੇਸ ਦਿੱਤੀ ਹੈ ਕਿ ਤੁਸੀਂ ਆਪਣੇ ਇੱਕ ਧਰਮ ਨੂੰ, ਆਪਣੀ ਕੈਨੇਡਾ ਭਾਸ਼ਾ ਨੂੰ ਦੇ ਗਰੋ ਕਰ ਸਕਦੇ ਹੋ। 140 ਵਿੱਚੋਂ 22 ਸਕੂਲਾਂ 'ਚ ਪੰਜਾਬੀ ਪੜ੍ਹਾਈ ਵੀ ਜਾਂਦੀ ਹੈ। ਬਿਲਕੁਲ ਪੜ੍ਹਾਈ ਬੱਚੇ ਪੜ੍ਹਨ ਵਾਲੇ ਚਾਹੀਦੇ। ਹਾਂਜੀ, ਆ ਪਿੱਛੇ ਜੇ ਅਸੀਂ ਜਿਹੜਾ ਹੈਗਾ ਲੋਕਾਂ ਨੂੰ ਅਵੇਅਰ ਕਰਨ ਲਈ ਸੋਸ਼ਲ ਮੀਡੀਆ ਤੇ ਵੀ ਪਾਇਆ ਸੀ ਕਿ ਤੁਹਾਡੇ ਘਰਾਂ ਦੇ ਵਿੱਚ ਲੈਟਰਸ ਆਉਂਦੀਆਂ ਵੀ ਉੱਥੇ ਬੱਚਿਆਂ ਦੀ ਭਾਸ਼ਾ ਜਿਹੜੀ ਆ ਪੰਜਾਬੀ ਚੁਣੋ ਓਕੇ। ਤਾਂ ਜੋ ਪੰਜਾਬੀ ਟੀਚਰ ਰੱਖਣ। ਇਸ ਚੀਜ਼ ਦਾ ਜਿਹੜਾ ਹੈਗਾ ਫੈਲਾਅ ਹੋਏ। ਤੇ ਇੱਥੇ ਜਿਹੜਾ ਹੈਗਾ ਇਹ ਦੇਸ਼ ਦੇ ਵਿੱਚ ਗਵਰਨਮੈਂਟ ਨੂੰ ਕੋਈ ਪ੍ਰੋਬਲਮ ਨਹੀਂ। ਉਹ ਚਾਹੁੰਦੇ ਨੇ ਵੀ ਜਿਹੜੇ ਹੈਗੇ ਹਰ ਕਲਚਰ ਜਿਹੜਾ ਹੈਗਾ ਵਧੇ ਫੁੱਲੇ, ਇਹ ਡਾਇਵਰਸਿਟੀ ਹੈਗੀ ਆ। ਪਰ ਇੱਕ ਸਵਾਲ ਪੈਰਾਂ ਦਾ, ਤੁਸੀਂ ਜਿਵੇਂ ਕਿਹਾ ਵੀ ਕੈਨੇਡਾ ਗਵਰਨਮੈਂਟ ਨੂੰ ਕੋਈ ਪ੍ਰੋਬਲਮ ਨਹੀਂ ਜੇ ਕੋਈ ਪੰਜਾਬੀ ਪੜ੍ਹਨਾ ਚਾਹੁੰਦਾ। ਹਾਂਜੀ। ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੂੰ ਖੁਦ ਇਹ ਅਪੀਲ ਕਰਨੀ ਪਈ ਪੰਜਾਬ ਦੇ ਲੋਕਾਂ ਨੂੰ ਵੀ ਆਪਣੀਆਂ ਦੁਕਾਨਾਂ, ਆਪਣੇ ਪ੍ਰਾਈਵੇਟ ਅਦਾਰਿਆਂ ਦੇ ਦਰਵਾਜ਼ਿਆਂ ਦੇ ਬਾਹਰ ਪੰਜਾਬੀ 'ਚ ਬੋਰਡ ਲਾਓ ਅੰਗਰੇਜ਼ੀ ਦੀ ਥਾਂ ਤੇ। 21 ਫਰਵਰੀ 2023 ਤੱਕ ਉਹਨਾਂ ਨੇ ਸਮਾਂ ਦਿੱਤਾ ਸੀ, ਪਰ 2-4% ਹੀ ਅੱਗੇ, ਬਾਕੀ ਹਾਲੇ ਵੀ ਅੰਗਰੇਜ਼ੀ 'ਚ ਬੋਰਡ ਲੱਗੇ ਨੇ। ਲੱਗਦਾ ਨਾ ਵੀ ਕਿਤੇ ਪੰਜਾਬੀਆਂ ਵਿੱਚ ਕਿਤੇ ਕਿਸੇ ਤਰ੍ਹਾਂ ਦੀ ਹੀਨ ਭਾਵਨਾ ਵੀ ਜੇ ਅਸੀਂ ਪੰਜਾਬੀ ਤੱਕ ਸੀਮਤ ਰਹੇ ਤੇ ਅਸੀਂ ਸਾਡਾ ਸਟੇਟਸ ਬੜਾ ਛੋਟਾ ਰਹੂਗਾ। ਨਹੀਂ, ਇਹ ਗੱਲ ਅਸੀਂ ਅੱਗੇ ਵੀ ਚਰਚਾ ਕਰਦੇ ਸੀ ਕਿ ਇਹਨੂੰ ਅਸੀਂ ਨਾ ਅੰਗਰੇਜ਼ੀ ਨੂੰ ਅਕਲ ਦਾ ਦਰਜਾ ਦੇਤਾ। ਓਕੇ। ਇਹ ਅੰਗਰੇਜ਼ੀ ਅਕਲ ਦੇ ਬਰਾਬਰ ਹੀ ਹੈ। ਮੈਂ ਵੀ ਵੇਖਿਆ ਪਰਿਵਾਰਾਂ ਨੂੰ ਜਦੋਂ ਕਹੀਦਾ ਨਾ ਵੀ ਇੱਥੇ ਖਾਲਸਾ ਸਕੂਲ 'ਚ ਬੱਚੇ ਲਾ ਲਓ, GAD ਸਕੂਲ ਹੈਗਾ, ਸਿੱਖ ਅਕੈਡਮੀ ਹੈਗਾ, ਸੋ ਇਹਨਾਂ ਇੰਸਟੀਟਿਊਸ਼ਨਸ ਦੇ ਵਿੱਚ ਬੱਚੇ ਲਵਾਓ, ਤਾਂ ਉਹਨਾਂ ਨੂੰ ਲੱਗਦਾ ਕਿ ਕਿਤੇ ਸਾਡੇ ਬੱਚਿਆਂ ਨੂੰ ਜਿਹੜਾ ਹੈਗਾ ਕਿਤੇ ਅੰਗਰੇਜ਼ੀ ਨਾ ਆਏ, ਕਿਤੇ ਸਾਡੇ ਬੱਚੇ ਪਿੱਛੇ ਹੀ ਨਾ ਰਹਿ ਜਾਣ ਅੰਗਰੇਜ਼ੀ ਤੋਂ। ਸੋ ਇੱਥੇ ਇੰਗਲਿਸ਼ ਦੀ ਪ੍ਰੋਬਲਮ ਨਹੀਂ ਆ ਬੱਚਿਆਂ ਨੂੰ ਆਉਣੀ। ਬੱਚਿਆਂ ਨੂੰ ਜਦੋਂ ਪ੍ਰੋਬਲਮ ਆਉਣੀ ਹੈ ਉਦੋਂ ਉਹਨਾਂ ਨੂੰ ਆਪਣੀ ਮਾਤ ਭਾਸ਼ਾ ਦੀ ਆਉਣੀ ਹੈ। ਜੇ ਅਸੀਂ ਬੱਚਿਆਂ ਨੂੰ ਅੱਜ ਦੇ ਸਮੇਂ ਦੇ ਵਿੱਚ ਪੰਜਾਬੀ ਦੇ ਨਾਲ ਨਾ ਜੋੜਿਆ ਤਾਂ ਜਿਹੜੀ ਇਹਨਾਂ ਦੀ ਸਮਝ ਆ ਪੰਜਾਬੀ ਪ੍ਰਤੀ ਜਾਂ ਗੁਰਬਾਣੀ ਨੂੰ ਸਮਝਣ ਦਾ, ਜਿਹੜਾ ਗੁਰੂ ਨਾਨਕ ਦੇ ਥਾਟ ਤੱਕ ਪਹੁੰਚਣ ਦਾ, ਉੱਥੇ ਤੱਕ ਜਿਹੜਾ ਹੈਗਾ ਅਸੰਭਵ ਹੋ ਜਾਣਾ ਕਾਰਜ। ਅਰਸ਼ਵੀਰ ਜੀ, ਤੁਸੀਂ ਜਿਵੇਂ ਯਤਨ ਕਰ ਰਹੇ ਜੇ ਤੇ ਵੱਡਾ ਯਤਨ ਵੀ ਆਰੰਭ ਰਹੇ ਜੇ ਵੀ ਦੁਨੀਆ ਭਰ ਦੇ ਮਾਂ ਬੋਲੀ ਦਾ ਪ੍ਰਸਾਰ ਕਰਾਂ। ਸਰੀ ਦੇ ਖਾਸ ਕਰਕੇ ਕਹਿੰਦੇ ਗੁਰਦੁਆਰਾ ਸਾਹਿਬਾਂ ਕਈ ਨੇ ਜਿੱਥੇ ਕਲਾਸਾਂ 'ਚ ਵੀ ਲੱਗਦੀਆਂ ਨੇ ਪੰਜਾਬੀ ਦੀਆਂ, ਔਰ ਕਈ ਅਕੈਡਮੀਆਂ ਵੀ ਇਦਾਂ ਦੀਆਂ ਨੇ ਜਿੱਥੇ ਪੰਜਾਬੀ ਭਾਸ਼ਾ ਪੜ੍ਹਾਈ ਜਾਂਦੀ ਹੈ। ਕੰਮ ਤਾਂ ਪਹਿਲਾਂ ਵੀ ਕਾਫੀ ਹੋ ਰਿਹਾ। ਦੇਖੋ, ਜੇ ਤੁਸੀਂ ਨੰਬਰ ਨੂੰ ਵੇਖਣਾ ਪਏਗਾ ਕਿ ਸਰੀ 'ਚ ਬੱਚੇ ਕਿੰਨੇ ਨੇ ਜੀ, ਆਲਮੋਸਟ 1 ਲੱਖ ਦੇ ਕਰੀਬ ਬੱਚਾ ਜਿਹੜਾ ਪੰਜਾਬੀਆਂ ਦਾ, ਉਹ ਵੱਧ ਹੋ ਸਕਦਾ, ਉਹ ਦੂਜੇ ਸਕੂਲਾਂ 'ਚ ਜਾ ਰਿਹਾ। ਤੇ ਜਿਹੜਾ ਪੰਜਾਬੀ ਸਕੂਲਾਂ 'ਚ ਬੱਚੇ ਜਾ ਰਹੇ ਜਿੱਥੇ ਪੰਜਾਬੀ ਜਾਂ ਗੁਰਬਾਣੀ ਜਾਂ ਕੀਰਤਨ ਸਿਖਾਇਆ ਜਾ ਰਿਹਾ, ਉੱਥੇ ਬੱਚਾ ਜਾ ਰਿਹਾ 3500। ਓਕੇ। 1 ਲੱਖ ਵਿੱਚੋਂ 3500 ਜਾ ਰਿਹਾ। 3500। ਸਾਡਾ ਮਤਲਬ ਇਹ ਲਾ ਲਓ ਵੀ 10% ਵੀ ਸਾਡੀ ਰੇਸ਼ੋ ਨਹੀਂ ਹੈਗੀ, 5% ਵੀ ਨਹੀਂ ਹੈਗੀ। ਸੋ ਇੰਨਾ ਵੱਡਾ ਨੰਬਰ ਜਿਹੜਾ ਹੈਗਾ। ਤੇ ਗੁਰੂ ਘਰਾਂ ਦੇ ਵਿੱਚ ਮੈਂ ਸਾਰੇ ਗੁਰੂ ਘਰਾਂ 'ਚ ਵੇਖਿਆ ਵੀ 150 ਤੋਂ ਬੱਚਾ ਵੱਧ ਨਹੀਂ ਹੈ ਕਿਤੇ ਵੀ। ਉਹਨਾਂ ਦੇ ਉੱਥੇ ਦੀ ਸਮੱਸਿਆ ਇਹ ਹੋ ਗਈ ਕਿ ਪਾਪੂਲੇਸ਼ਨ ਬਹੁਤ ਵੱਡੇ ਪੱਧਰ ਤੇ ਇੱਥੇ ਮੂਵ ਹੋਈ ਹੈ। ਗੁਰੂ ਘਰਾਂ ਦੇ ਕੋਲ ਤੇ ਵੇਲ ਨਹੀਂ ਹੈਗਾ ਆਪਣੀਆਂ ਧਾਰਮਿਕ ਸੰਸਕਾਰ ਕਰਨ ਦਾ, ਤੇ ਜਿਹੜੇ ਉਹਨਾਂ ਦੇ ਪਾਠਾਂ ਭੋਗਾਂ ਦੇ ਪ੍ਰੋਗਰਾਮ ਨੇ, ਵਿਆਹਾਂ ਦੇ ਨੇ, ਬੱਚਿਆਂ ਦੇ ਪ੍ਰੋਗਰਾਮ ਨੇ, ਸੋ ਉਹ ਉਸ ਪਾਸੇ ਹੀ ਜਿਹੜਾ ਹੈਗਾ ਉੱਧਰ ਹੀ ਉਲਝੇ ਪਏ ਨੇ। ਉੱਥੇ ਤੁਸੀਂ ਕਹਿ ਲਓ ਵੀ 1% ਵੀ ਨਹੀਂ ਤੁਸੀਂ ਕਹਿ ਸਕਦੇ ਵੀ ਜਿਹੜਾ ਹੈਗਾ ਇਸ ਪਾਸੇ ਤੁਹਾਡਾ ਮਤਲਬ ਮਾਂ ਬੋਲੀ ਦੇ ਪ੍ਰਸਾਰ ਲਈ ਉਹਨਾਂ ਕੋਲ ਯੋਗ ਸਾਧਨ ਹੀ ਹੈ ਨਹੀਂ। ਯੋਗ ਸਾਧਨ ਵੀ ਹੋਣ ਪਰ ਸਮਾਂ ਹੀ ਨਹੀਂ ਹੈ। ਜੇ ਤੇ ਦੂਜਾ ਵਿਜ਼ਨ ਵੀ ਹੋਣਾ ਚਾਹੀਦਾ ਕਿ ਤੁਹਾਡੇ ਮਾਈਂਡ ਦੇ ਵਿੱਚ ਇਹ ਹੈਗੀ ਗੱਲ ਕਿ ਭਾਈ ਸਾਡਾ ਜਿਹੜਾ ਸਾਨੂੰ ਇੱਕ ਬੜਾ ਵੱਡਾ ਪਲੇਟਫਾਰਮ ਮਿਲਿਆ, ਇਹਦੇ ਵਿੱਚ ਜਿਹੜਾ ਇੱਕ ਅਸੀਂ ਜਿਹੜਾ ਪੰਜਾਬੀ ਨੂੰ ਜਿਹੜਾ ਕਿਵੇਂ ਪ੍ਰਮੋਟ ਕਰ ਸਕਦੇ ਹਾਂ, ਬੱਚਿਆਂ ਦੀਆਂ ਕਲਾਸਾਂ ਕਿਵੇਂ ਲੈ ਸਕਦੇ ਹਾਂ, ਮਾਂ ਪਿਓ ਤੱਕ ਕਿਵੇਂ ਅਪਰੋਚ ਕਰ ਸਕਦੇ ਹਾਂ। ਹੋ ਵੀ ਰਹੇ ਨੇ ਉਪਰਾਲੇ, ਪਰ ਜੇ ਤੁਸੀਂ ਆਪਣੇ ਨੰਬਰ ਦੇ ਸਾਹਮਣੇ ਵੇਖਣਾ 1 ਲੱਖ ਦੇ ਸਾਹਮਣੇ, ਫਿਰ ਤੁਹਾਨੂੰ ਬਹੁਤ ਛੋਟੇ ਲੱਗੋਗੇ। ਜਿਹੜਾ ਮੈਂ ਇੱਕ ਗੱਲੇ ਆਪਣੇ ਆਪ ਨੂੰ ਖੁਸ਼ਕਿਸਮਤ ਵੀ ਸਮਝਦਾ, ਮੈਨੂੰ ਇਸ ਪ੍ਰੋਸੈਸ ਦੇ ਵਿੱਚੋਂ ਨਿਕਲਣ ਦਾ ਮੌਕਾ ਮਿਲਿਆ, ਖਾਲਸਾ ਸਕੂਲ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਉੱਥੇ ਜੇ ਮੈਂ ਇੱਕ ਵੇਖਾਂ ਨਾ, ਮੈਨੂੰ ਇੱਕ ਜਿਹੜੀ ਸਭ ਤੋਂ ਚੰਗੀ ਚੀਜ਼ ਕੀ ਲੱਗਦੀ ਕਿ ਸਾਡੇ ਜਿਹੜੇ ਇੰਸਟੀਟਿਊਸ਼ਨ ਨੇ ਉਹਨਾਂ ਨੇ ਇੱਕ ਪ੍ਰਬੰਧ ਕੀਤਾ, ਇੱਕ ਪੀਰੀਅਡ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਦੇ ਕੋਲ 40 ਮਿੰਟ ਬਿਠਾਉਣੇ ਨੇ ਬੱਚੇ। ਓਕੇ। 40 ਮਿੰਟ ਗੁਰੂ ਦੇ ਦਰਸ਼ਨ ਕਰਨਾ, ਗੁਰੂ ਦੇ ਕੋਲ ਬਹਿ ਕੇ ਕੀਰਤਨ ਕਰਨਾ, ਪਾਠ ਕਰਨਾ। ਫਿਰ ਇੱਕ ਪੀਰੀਅਡ ਹੁੰਦਾ ਉਹਨਾਂ ਦਾ ਜਾਂ ਪੰਜਾਬੀ ਦਾ ਜਾਂ ਕੀਰਤਨ ਦਾ ਦਿਨ 'ਚ। ਸੋ ਆਲਮੋਸਟ 1.5 ਘੰਟਾ ਲਗਾਤਾਰ ਕੋਈ ਵੀ ਕੰਮ ਤੁਸੀਂ ਤਾਂ ਸਿੱਖ ਸਕਦੇ ਹੋ ਜਿਹਦੀ ਕੰਸਿਸਟੈਂਸੀ ਹੈਗੀ, ਲਗਾਤਾਰ ਤੁਸੀਂ ਸਿੱਖਦੇ ਨੇ ਬੱਚੇ। ਸੋ ਉੱਥੇ ਇੱਕ ਪ੍ਰੋਪਰ ਕਰਿਕੂਲਮ ਸੈਟਅਪ ਹੋਏ ਨੇ, ਜਿਹੜਾ ਹੈਗਾ ਪੰਜਾਬੀ ਨੂੰ, ਗੁਰਬਾਣੀ ਨੂੰ, ਕੀਰਤਨ ਨੂੰ ਬਰਾਬਰ ਜਿਹੜਾ ਹੈਗਾ ਵੇਟੇਜ ਦੇ ਕੇ ਨਾਲ ਚਲਾਇਆ ਜਾ ਰਿਹਾ। ਸੋ ਇਹਨਾਂ ਇੰਸਟੀਟਿਊਸ਼ਨਸ ਦੇ ਬਾਰੇ ਪਰ ਤੁਸੀਂ ਸਰੀ ਦੇ ਇੱਕ ਕੋਨੇ ਤੋਂ ਦੂਜੇ ਕੋਨੇ 'ਚ ਜਾਓਗੇ ਨਾ ਤਾਂ ਬਹੁਤ ਲੋਕਾਂ ਨੂੰ ਖਾਲਸਾ ਸਕੂਲ ਬਾਰੇ ਵੀ ਨਹੀਂ ਪਤਾ। ਅਸੀਂ ਵੀ ਫਿਕਰ ਵਾਲੀ ਗੱਲ ਆ ਵੀ
ਵੈਸੇ ਤੇ ਪੰਜਾਬ 'ਚ ਵੀ ਉਹੀ ਹਾਲ ਆ। ਹਾਂਜੀ ਕੈਨੇਡਾ ਮੈਨੂੰ ਤਾਂ ਥੋੜਾ ਬੈਟਰ ਲੱਗਦਾ। ਅਸੀਂ ਦਸਤਾਰਾਂ ਤੋਂ ਵੀ ਦੂਰ ਚੱਲ ਗਏ, ਕੇਸਾਂ ਤੋਂ ਵੀ ਦੂਰ ਚੱਲ ਗਏ। ਪਹਿਲੀ ਗੱਲ ਤਾਂ ਇਹਨਾਂ ਤੋਂ ਦੂਰ ਜਾ ਚੁੱਕੇ, ਪਹਿਰਾਵੇ ਤੋਂ ਵੀ, ਪੰਜਾਬੀ ਪਹਿਰਾਵੇ ਤੋਂ ਵੀ ਦੂਰ ਚੱਲ ਗਏ। ਚਲੋ ਸਮੇਂ ਦੇ ਬਦਲਾਅ ਨਾਲ ਚੇਂਜ ਆਉਂਦੀ ਹੈ, ਹਾਂਜੀ ਹਾਂਜੀ ਪਰ ਜੇ ਆਪਾਂ ਸੋਚੀਏ, ਤੁਸੀਂ ਸੋਚੋ ਤੁਹਾਡੀ ਜਿਹੜੀ ਜਨਰੇਸ਼ਨ ਆ ਉਹਦੀ ਅੱਗੇ ਜਿਹੜੀ ਜਨਰੇਸ਼ਨ ਹੋਊਗੀ, ਕਿ ਉਹ ਊੜਾ ਜਿਹੜਾ ਪੜੂਗੀ। ਆਪਾਂ ਇੱਥੋਂ ਤੱਕ ਕਾਬਲ ਹਾਂ, ਇੰਨਾ ਕੁ ਸਾਡੇ ਕੋਲ ਸਿਸਟਮ ਹੈਗਾ ਵੀ ਅਸੀਂ ਜੋੜ ਕੇ ਰੱਖਾਂਗੇ। ਹਾਲੇ ਤੱਕ ਤੇ ਆਪਾਂ ਨੂੰ ਇਦਾਂ ਲੱਗਦਾ ਵੀ ਆਪਾਂ ਇਸ ਪੱਧਰ ਤੱਕ ਤੇ ਨਹੀਂ ਡਿਵੈਲਪ ਕੀਤਾ। ਜੋ ਮੈਂ ਫਿਰ ਤੁਹਾਨੂੰ ਉੱਥੇ ਹੀ ਲੈ ਕੇ ਜਾਊਂਗਾ ਕਿ 1 ਲੱਖ ਦੇ ਵਿੱਚੋਂ 3500 ਤੁਸੀਂ ਦੂਜੇ ਪਾਸੇ ਇਹ ਵੀ ਵੇਖੋ ਕਿ ਇੰਸਟੀਚਿਊਸ਼ਨ ਵੀ ਛੋਟੇ ਨਹੀਂ ਹੈਗੇ ਸਾਡੇ, ਓਕੇ, ਇੰਸਟੀਚਿਊਸ਼ਨ ਵੀ ਵੱਡੇ ਨੇ, ਪਰ ਲੋਕਾਂ ਦਾ ਉੱਥੇ ਤੱਕ ਪਹੁੰਚਣ ਦਾ ਰੁਝਾਨ ਹੀ ਨਹੀਂ ਹੈਗਾ। ਆਪਣੇ ਕੋਲ ਉਹਨਾਂ ਕੋਲ ਸਮਾਂ ਹੀ ਨਹੀਂ, ਇਹ ਸੋਚਣ ਦਾ ਵੀ ਸਮਾਂ ਨਹੀਂ ਕਿ ਸਾਡੇ ਕੋਲ ਆਪਸ਼ਨ ਹੈਗੀ ਏ ਤੇ ਅਸੀਂ ਜਿਹੜਾ ਹੈਗਾ ਆਪਣੇ ਬੱਚਿਆਂ ਨੂੰ ਇਹਨਾਂ ਜਿਹੜਾ ਹੈਗਾ ਗੁਰਦੁਆਰਿਆਂ 'ਚ ਜਾਂ ਉੱਥੇ ਸਕੂਲਾਂ ਦੇ ਵਿੱਚ ਤੱਕ ਆਪ ਪਹੁੰਚਾਈਏ। ਅਸਲ 'ਚ ਬਲੇਮ ਗੇਮ ਚੱਲ ਰਹੀ ਹੈ, ਬਲੇਮ ਗੇਮ ਚੱਲ ਰਹੀ ਹੈ ਕਿ ਅਸੀਂ ਹਰ ਇੱਕ ਵਿਅਕਤੀ ਇਸ ਗੱਲ ਲਈ ਬਲੇਮ ਦੂਜੇ ਨੂੰ ਕਰਨਾ ਚਾਹੁੰਦਾ। ਜਦੋਂ ਸਮੱਸਿਆ ਤੁਹਾਡੇ ਸਾਹਮਣੇ ਹੋਏ, ਤੁਹਾਨੂੰ ਅਹਿਸਾਸ ਵੀ ਹੋ ਜੇ, ਫਿਰ ਇਹ ਹੈਗਾ ਤੁਸੀਂ ਬਲੇਮ ਗੇਮ ਨਹੀਂ ਕਰ ਸਕਦੇ। ਸਾਨੂੰ ਚਾਹੀਦਾ ਹੈ ਕਿ ਉਹਦੇ ਲਈ ਕੋਈ ਨਾ ਕੋਈ ਉਪਰਾਲਾ ਕਰਨਾ, ਜਿਹਦੇ ਲਈ ਮੈਂ ਸੋਚਿਆ ਸੀ ਕਿ ਕਿਉਂ ਨਾ ਜਿਹੜਾ ਹੈਗਾ ਜਿਵੇਂ ਆਹ ਸੈਸ਼ਨ ਦੇ ਵਿੱਚ ਗਰਮੀਆਂ ਦੀ ਛੁੱਟੀਆਂ, ਤਾਂ ਮੈਂ ਇਹਦੇ ਵਿੱਚ ਬੱਚੇ ਪਿਕ ਕੀਤੇ, ਜਿਹੜੇ ਬੱਚੇ ਜਿਨ੍ਹਾਂ ਨੂੰ ਸਕੂਲਾਂ ਤੋਂ ਛੁੱਟੀਆਂ, ਉਹਨਾਂ ਨੂੰ ਪਿਕ ਕੀਤਾ। ਆਲਮੋਸਟ 10-15 ਬੱਚਿਆਂ ਦਾ ਜਿਹੜਾ ਹੈਗਾ ਗਰੁੱਪ ਜਿਹੜਾ ਹੈਗਾ ਉਹਨੂੰ ਰੋਜ਼ਾਨਾ ਪੰਜਾਬੀ ਸਿਖਾ ਰਿਹਾ। ਆਲਮੋਸਟ ਪੰਜਾਬੀ ਦੀ ਸਾਰੀਆਂ ਧੁਨੀਆਂ ਸਿੱਖ ਗਏ ਨੇ ਤੇ ਹੁਣ ਜਿਹੜਾ ਮੈਂ ਉਹਨਾਂ ਨੂੰ ਗੁਰਬਾਣੀ ਦੀ ਜਪਜੀ ਸਾਹਿਬ ਦੀ ਸੰਥਿਆ ਸ਼ੁਰੂ ਕਰਵਾਈ ਹੋਈ ਹੈ। ਸੋ ਇੱਕ ਪ੍ਰੋਸੈਸ ਹੈਗਾ, ਤੁਸੀਂ ਇੱਕ ਬੱਚੇ ਨੂੰ ਜਿਹੜਾ ਹੈ ਇੱਕ ਲੈਵਲ ਤੋਂ ਚੱਕ ਕੇ ਦੂਸਰੇ ਲੈਵਲ 'ਤੇ ਜਾਣਾ, ਇਹਦਾ ਮਹਾਰਾਜ ਦੀ ਕਿਰਪਾ ਨਾਲ ਆਪਾਂ ਪ੍ਰੋਪਰ ਕਰੀਕੂਲਮ ਤਿਆਰ ਕਰਕੇ ਪ੍ਰੋਪਰ ਜਿਹੜਾ ਹੈਗਾ ਆਪਾਂ ਆਨਲਾਈਨ ਜਿਹੜਾ ਇੱਕ ਗੁਰਮੁਖੀ ਸਕੂਲ ਜਿਹੜਾ ਹੈਗਾ ਰਨ ਕਰਾਂਗੇ, ਜਿੱਥੇ ਪੂਰੇ ਵਰਲਡ ਵਾਈਡ ਜਿਹੜਾ ਹੈਗਾ ਬੱਚਿਆਂ ਲਈ ਓਪਨ ਹੋਏ। ਬੱਚੇ ਜਿਹੜੇ ਹੈਗੇ ਨੇ ਮਾਂ ਪਿਓ ਤੇ ਫਿਰ ਵੀ ਜੇ ਅਸੀਂ ਨਾ ਕਰ ਸਕੇ ਫਿਰ ਸਾਡੀ ਬਦਕਿਸਮਤੀ ਹੋਵੇ, ਘਰ ਵੀ ਪਹੁੰਚ ਜਾਈਏ। ਜਦੋਂ ਕਮਿਟਮੈਂਟ ਹੀ ਖਤਮ ਹੋ ਜੇ, ਹੁਣ ਜਿਵੇਂ ਮੈਂ ਕਿਹਾ ਵੀ ਦਸਤਾਰਾਂ ਤੇ ਕੇਸਾਂ ਤੋਂ ਦੂਰ ਜਾ ਰਹੇ, ਉਹਦਾ ਕਾਰਨ ਕੀ ਹੈ? ਇਹ ਕਿਹਾ ਜਾਂਦਾ ਯਾਰ ਬੱਚਾ ਜਿਹੜਾ ਆ ਉਹ ਇੱਥੇ ਜੂੜਾ ਕਿਵੇਂ ਸੰਭੂਗਾ, ਦਸਤਾਰ ਕਿਵੇਂ ਸਜਾ ਕੇ ਕੰਮਾਂ ਤੇ ਜਾਣਗੇ, ਟਾਈਮ ਨਹੀਂ ਹੈਗਾ। ਜਦੋਂ ਛੋਟੀਆਂ ਗੱਲਾਂ ਲਈ ਅਸੀਂ ਆਪਣਾ ਵਿਰਸਾ, ਸੱਭਿਆਚਾਰ, ਆਪਣਾ ਸਭ ਕੁਝ ਭੁੱਲ ਰਹੇ ਹਾਂ। ਔਰ ਇੱਕ ਐਗਜ਼ੈਂਪਲ ਹੈ ਸਾਡੇ ਸਾਹਮਣੇ, ਪਿਛਲੇ 56-57 ਸਾਲਾਂ ਤੋਂ ਪੰਜਾਬ ਦੀ ਰਾਜਧਾਨੀ ਜਿਹੜੀ ਚੰਡੀਗੜ੍ਹ ਹੈ, ਉਹਦੀ ਅਫੀਸ਼ੀਅਲ ਲੈਂਗੁਏਜ, ਸਰਕਾਰੀ ਭਾਸ਼ਾ ਅੰਗਰੇਜ਼ੀ ਹੈ। ਇਹੋ ਜਿਹੇ ਪ੍ਰਭਾਵ ਵੀ ਜਿਹੜੇ ਨੇ ਉਹ ਕਿਤੇ ਨਾ ਕਿਤੇ ਮਾਰੂ ਸਿੱਧ ਹੁੰਦੇ ਨੇ। ਕੋਈ ਬੰਦਾ ਮਿਹਣਾ ਮਾਰ ਸਕਦਾ ਉਹ ਪੰਜਾਬੀ, ਉਹ ਤੁਹਾਡੀ ਤੇ ਰਾਜਧਾਨੀ ਦੀ ਮਾਂ ਬੋਲੀ ਅੰਗਰੇਜ਼ੀ ਹੈ, ਪੰਜਾਬੀ ਭਾਸ਼ਾ ਅੰਗਰੇਜ਼ੀ ਹੈ, ਸਰਕਾਰੀ ਭਾਸ਼ਾ ਅੰਗਰੇਜ਼ੀ ਹੈ, ਤੇ ਫਿਰ ਤੁਸੀਂ ਇੱਥੇ ਕੈਨੇਡਾ 'ਚ ਜਾਂ ਅਮਰੀਕਾ 'ਚ ਕਿਵੇਂ ਟਾਰਾਂ ਮਾਰਦੇ ਜੇ? ਲੱਗਦਾ ਨਹੀਂ ਵੀ ਓਵਰਆਲ ਹੀ ਕਿਤੇ ਢਾਂਚਾ ਵਿਗੜਿਆ, ਅਸੀਂ ਆਪਣੇ ਪੈਰ ਜੇ ਛੱਡਦੇ ਜਾ ਰਹੇ ਹਾਂ ਪੰਜਾਬੀ? ਦੇਖੋ, ਇਹ ਅਸੀਂ ਜਿਹੜਾ ਹੈਗਾ ਸੁਹਿਰਦ ਨਹੀਂ ਹੈਗਾ। ਪਿਛਲੇ ਮੈਂ 20 ਸਾਲਾਂ 'ਚ ਵੇਖ ਰਿਹਾ ਕਿ ਸਾਡੇ ਪੰਜਾਬੀਆਂ ਦੀ ਦੌੜ ਨਾ ਬਹੁਤ ਜ਼ਿਆਦਾ ਪੈਸੇ ਵੱਲ ਲੱਗੀ, ਤੇ ਜਿਹੜੇ ਸਾਡੇ ਤੋਂ ਪਹਿਲਾਂ 20 ਸਾਲ ਪਹਿਲਾਂ ਆਏ ਸਨ ਉਹਨਾਂ ਦੇ ਮੈਂ ਸਾਰੇ ਘਰਾਂ ਦੇ ਹਾਲਾਤ ਚੰਗੀ ਤਰ੍ਹਾਂ ਜਾਣਦਾ। ਅਸਲ ਤੇ ਧਨ ਜਿਹੜੀ ਦੌਲਤ ਹੈ ਉਹ ਸਾਡੇ ਬੱਚੇ ਨੇ। ਜਦੋਂ ਅਸਲ ਧਨ ਨਹੀਂ ਸਾਡੇ ਕੋਲੋਂ ਗਿਆ ਤੇ ਫਿਰ ਅਸੀਂ ਕਿਸ ਜੋਗੇ ਰਹਿ ਗਏ। ਹੁਣ ਇੱਥੇ ਇਹ ਹਾਲਾਤ ਵੇਖ ਕੇ ਲੋਕਾਂ 'ਚ ਮੋੜਾ ਹੈਗਾ, ਪਰ ਸਮੱਸਿਆ ਇਹ ਹੈਗੀ ਹੈ ਕਿ ਸਾਡੇ ਕੋਲ ਸੋਰਸ ਨਹੀਂ, ਉੱਦਾਂ ਦੇ ਉਸ ਪੱਧਰ ਦੇ ਸੋਰਸ ਨਹੀਂ ਹੈਗੇ। ਉਹ ਸਾਡੀ ਕੌਮ ਨੂੰ ਬਿਲਡ ਕਰਨੇ ਚਾਹੀਦੇ ਨੇ। ਫਿਰ ਮੈਂ ਕਹਾਂਗਾ, ਮੈਂ ਕਿਸੇ ਨੂੰ ਨਹੀਂ ਬਲੇਮ ਕਰਦਾ, ਮੈਂ ਕਹੂੰਗਾ ਮੈਂ ਜਿੰਨਾ ਐਫਰਟ ਪਾ ਸਕਦਾ ਇਹ ਸਾਰੇ ਕਾਸੇ ਲਈ ਉਹ ਅਸੀਂ ਪਾਵਾਂਗੇ। ਤੇ ਅਰਸ਼ਵੀਰ, ਤੁਸੀਂ ਬਹੁਤ ਵੱਡੇ ਜਿਹੜਾ ਵਿੱਤੀ ਆਰਗੇਨਾਈਜੇਸ਼ਨ ਇਹਦੇ 'ਚ ਕੰਮ ਕਰ ਰਹੇ ਜੇ। ਇੱਕ ਇੱਦਾਂ ਦਾ ਪ੍ਰਵਾਹ ਵੀ ਚੱਲ ਪਿਆ ਪੰਜਾਬ 'ਚ, ਬਹੁਤ ਚਰਚਾ ਸ਼ੁਰੂ ਹੋ ਗਈ ਪਹਿਲਾਂ ਤੇ ਇਹ ਵੀ ਅੰਨ੍ਹੇਵਾਹ ਮਾਪੇ ਜਿਹੜੇ ਆਪਣੇ ਬੱਚਿਆਂ ਨੂੰ ਸੁੱਟਦੇ ਜਹਾਜ਼ 'ਚ ਚੱਲ ਕੈਨੇਡਾ। ਹੁਣ ਕਿਤੇ ਇਹ ਤੇ ਰਿਵਿਊ ਹੋ ਰਿਹਾ ਵੀ ਕੈਨੇਡਾ ਦੇ ਤੇ ਵਿੱਤੀ ਹਾਲਤ ਠੀਕ ਨਹੀਂ ਗੇ, ਕੈਨੇਡਾ 'ਚ ਤਾਂ ਬੇਰੁਜ਼ਗਾਰੀ ਬਹੁਤ ਆ, ਕੈਨੇਡਾ 'ਚ ਤੇ ਡਿਪਰੈਸ਼ਨ ਬਹੁਤ ਹੋ ਗਿਆ। ਕਈ ਘਟਨਾਵਾਂ ਵੀ ਵਾਪਰੀਆਂ ਨੇ, ਬੱਚੇ ਜਿਹੜੇ ਆਪਣੇ ਆਏ ਨੇ 2 ਮਹੀਨੇ ਪਹਿਲਾਂ, 4 ਮਹੀਨੇ ਪਹਿਲਾਂ ਹਾਰਟ ਅਟੈਕ ਹੋ ਗਏ। ਹਾਲਾਤ ਕੀ ਨੇ ਕੈਨੇਡਾ ਦੇ? ਦੇਖੋ, ਹਾਲਾਤ ਵੇਖੋ, ਪ੍ਰੈਸ਼ਰ ਤੇ ਹੈਗਾ ਇੱਥੇ, ਪਰ ਇਹ ਵੀ ਆਪਾਂ ਦੂਜੀ ਗੱਲ ਨੂੰ ਇਗਨੋਰ ਨਾ ਕਰੀ ਕਿ ਇਹ ਅਪਰਚੁਨਿਟੀ ਬਹੁਤ ਵੱਡੀ ਹੈ। ਇੱਥੇ ਅੱਗੇ ਵਧਿਆ ਜਾ ਸਕਦਾ। ਇਹ ਤੁਹਾਨੂੰ ਦੇਸ਼ ਸਪੇਸ ਦਿੰਦਾ ਕਿ ਤੁਸੀਂ ਇੱਥੇ ਅੱਗੇ ਵੱਧ ਸਕਦੇ ਹੋ। ਇੱਥੇ ਕਿਸ਼ਤਾਂ ਦੇ ਇੰਡੀਆ ਦੇ ਵਿੱਚ ਚਲੋ ਇਹ ਸੀ ਵੀ ਸਾਡੇ ਘਰ ਪੇਡ ਆਫ ਨੇ, ਉੱਥੇ ਸਾਨੂੰ ਕਿਸ਼ਤਾਂ ਨਹੀਂ ਕੋਈ ਲੱਗੀਆਂ ਹੋਈਆਂ। ਵੱਧ ਤੋਂ ਵੱਧ ਬਿਜਲੀ ਦਾ ਬਿੱਲ ਆ ਉਹ ਵੀ ਜਿਹੜਾ ਹੈਗਾ ਤੁਹਾਡੇ ਸਾਹਮਣੇ ਆ ਵੀ ਉਹਨਾਂ ਨੇ। ਪਰ ਇੱਥੇ ਤਾਂ ਇਹੀ ਕਿਹਾ ਜਾਂਦਾ ਵੀ ਕਹਿਣ ਨੂੰ ਆ ਵੀ ਮੇਰਾ ਘਰ ਆ, ਮੇਰਾ ਤਾਂ ਹੈ ਹੀ ਨਹੀਂਗਾ, 30 ਸਾਲ ਲਈ ਤਾਂ ਸਰਕਾਰ ਦਾ ਹੀ ਹੈ। ਨਹੀਂ, ਇੱਥੇ ਇੱਦਾਂ ਹੈਗਾ ਕਿ ਮੇਰਾ ਮੰਨਣਾ ਇਹ ਹੈਗਾ ਕਿ
ਤੁਸੀਂ 20 ਸਾਲ ਜਿਹੜਾ 20% ਹੀ ਤੁਹਾਡਾ 80% ਇਹ ਦੇਸ਼ ਆਲਰੇਡੀ ਸੋਲਡ ਨੇ। ਪੂਰੇ ਦੇ ਪੂਰੇ ਦੇਸ਼ ਸਾਰਾ ਢਾਂਚਾ ਹੀ ਸੋਲਡ ਆਊਟ ਹੈ ਕਾਰਪੋਰੇਟ ਵਰਲਡ ਨੂੰ। ਇਹੀ ਕੁਝ ਇੰਡੀਆ ਵੀ ਹੋ ਰਿਹਾ। ਆਉਣ ਵਾਲੇ ਕਿਸਾਨ ਅੰਦੋਲਨ ਉਹਦੇ ਵਿੱਚੋਂ ਹੀ ਉਹ ਸਾਰੀ ਚੀਜ਼ ਨੂੰ ਬਲੌਕ ਕਰ ਰਿਹਾ ਸੀ। ਜਿਹੜਾ 80% ਉੱਥੇ ਜਦੋਂ ਵੱਡੀਆਂ ਕੰਪਨੀਆਂ ਆਉਂਦੀਆਂ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਜਿਹੜਾ ਹੈਗਾ ਸਾਰੇ ਦੇਸ਼ ਨੂੰ ਕੈਪਚਰ ਕਰ ਜਾਂਦੇ ਨੇ। ਇੱਥੇ ਓਪਰਚੁਨਿਟੀ ਹੈਗੀ ਆ, ਐਕਸਪਲੋਰ ਕਰਨੀ ਪੈਂਦੀ ਹੈ। ਤੁਹਾਨੂੰ ਆਪਣੀ ਜਿਹੜਾ ਹੈਗਾ ਦੇਖਣਾ ਪੈਂਦਾ ਵੀ ਕਿੱਥੇ ਅਸੀਂ ਆਪਣੇ ਆਪ ਨੂੰ ਗਰੋ ਕਰ ਸਕਦੇ ਹਾਂ। ਇੱਥੇ ਆ ਕੇ ਸਭ ਤੋਂ ਵੱਡੀ ਗਲਤੀ ਇਹ ਕਰਦੇ ਨੇ ਕਿ ਬੱਚੇ ਆ ਕੇ ਆਉਂਦੇ ਆ ਸਰ ਆਪਣੇ ਖਰਚੇ ਵਧਾ ਲੈਂਦੇ ਨੇ। ਖਰਚੇ ਨਾ ਵਧਾ ਕੇ ਜੇ ਬੇਸਿਕ ਦੇ ਵਿੱਚ ਰਿਹਾ ਜਾਏ ਤਾਂ ਤੁਸੀਂ ਹੌਲੀ ਹੌਲੀ ਆਪਣਾ ਰਸਤਾ ਬਣਾ ਸਕਦੇ ਹੋ। ਦੂਜਾ ਇਹ ਹੈਗਾ ਕਿ ਜੇ ਆਪਾਂ ਗੱਲ ਕਰੀਏ ਇੰਡੀਆ ਦੀ, ਪੰਜਾਬ ਇੱਕ ਉਹ ਧਰਤੀ, ਮੇਰੇ ਆਪਣੇ 15 ਸਾਲਾਂ 'ਚ ਮੈਂ ਕਹਿ ਸਕਦਾ ਕਿ ਉਹ ਧਰਤੀ ਆ ਜਿੱਥੇ ਤੁਹਾਨੂੰ ਕੋਈ ਸਟ੍ਰੈਸ ਨਹੀਂ ਹੈ, ਜਿੱਥੇ ਤੁਹਾਡੀਆਂ ਸਾਰੀਆਂ ਚੀਜ਼ਾਂ ਪੇਡ ਆਫ ਨੇ। ਤੁਹਾਡੇ ਕੋਲ ਜਾਇਦਾਦ ਹੈ। ਮੇਰੇ ਮਨ ਚੋਂ ਸਵਾਲ ਨਿਕਲਿਆ, ਜੇ ਸਟ੍ਰੈਸ ਨਹੀਂਗਾ ਤੇ ਫਿਰ ਅਰਸ਼ਬੀਰ ਹੋਣਾ ਨੇ ਉਡਾਰੀ ਕਿਉਂ ਮਾਰ ਲਈ ਕੈਨੇਡਾ ਦੀ? ਨਹੀਂ, ਅਰਸ਼ਬੀਰ ਨੂੰ ਉਸ ਵੇਲੇ ਇਦਾਂ ਆਪਣੇ ਆਲੇ ਦੁਆਲੇ ਦਾ ਇੱਕ ਮਾਹੌਲ ਸਿਰਜ ਰਹੀਆਂ ਸਨ, ਸਰਕਾਰਾਂ ਹੀ ਅਸਲ 'ਚ ਸਿਰਜ ਰਹੀਆਂ ਸਨ। ਇੱਕ ਮਾਹੌਲ ਸਿਰਜ ਰਹੀਆਂ ਸੀ ਕਿ ਇੱਥੇ ਸਾਡੀ ਜਿਹੜੀ ਹੈਗੀ ਆ ਜੌਬ ਸਿਕਿਉਰਿਟੀ ਨਹੀਂ ਹੈਗੀ। ਸਾਡੇ ਮਾਂ ਪਿਓ ਨੂੰ ਵੀ ਇਦਾਂ ਹੀ ਲੱਗਦਾ ਸੀ ਕਿ ਕੁਛ ਪੜ੍ਹੋਗੇ ਤਾਂ ਕੁਛ ਬਣ ਜਾਓਗੇ, ਪਰ ਅਸੀਂ ਉੱਥੇ ਵੀ ਓਪਰਚੁਨਿਟੀਜ਼ ਨੂੰ ਦੇਖ ਨਹੀਂ ਸੀ ਰਹੇ। ਉੱਥੇ ਵੀ ਤੁਹਾਡੇ ਕੋਲ ਜਿਹੜਾ ਹੈਗਾ ਇਹ ਕਹਿ ਲਓ ਵੀ ਜੇ ਆਪਣੇ ਕੋਲ ਸਾਧਨ ਨਹੀਂ ਹੈਗੇ ਜਿਹਦੇ ਕਰਕੇ ਅਸੀਂ ਉਹਨਾਂ ਨੂੰ ਵੇਖ ਸਕਾਂ। ਪਰ ਮੈਂ ਅੱਜ ਦੀ ਡੇਟ 'ਚ ਵੇਖਦਾ, ਹੁਣ ਸਾਡੇ ਕੋਲ ਉੱਥੇ ਜ਼ਮੀਨ ਚੰਗੀ ਸੀ, ਇਹ ਨਹੀਂ ਸੀ ਵੀ ਜ਼ਮੀਨ ਨਹੀਂ ਸੀ ਚੰਗੀ। ਹੁਣ ਜ਼ਮੀਨ ਚੰਗੀ, ਜ਼ਮੀਨ ਵੀ ਚੰਗੀ, ਤਣਾਅ ਸਟ੍ਰੈਸ ਵੀ ਕੋਈ ਨਹੀਂ। ਫਿਰ ਵੀ ਹੁਣ ਕੀ ਕੀਤਾ ਕਿ ਮੈਂ ਉੱਥੇ, ਅਸੀਂ ਹੁਣ ਤੱਕ ਜੀਰੀ ਬੀਜਦੇ ਸੀ। ਇਸ ਸਾਲ ਤੋਂ ਮੈਂ ਉੱਥੇ ਵੀ ਆਪਣੇ ਮਾਂ ਪਿਓ ਨੂੰ ਇਸ ਗੱਲ ਦੀ ਰਾਜੀ ਕੀਤਾ ਵੀ ਆਪਾਂ ਜਿਹੜਾ ਹੈਗਾ ਧਰਤੀ 'ਚੋਂ ਪਾਣੀ ਨਹੀਂ ਕੱਢਣਾ। ਆਪਾਂ ਜਿਹੜਾ ਹੈਗਾ ਅਸੀਂ ਸਾਰੀ ਜ਼ਮੀਨ ਨੂੰ ਵਿਹਲੀ ਰੱਖ ਕੇ ਉੱਥੇ ਬਾਗ ਲਾ ਰਹੇ ਹਾਂ। ਅੱਛਾ, ਕਿ ਉੱਥੇ ਉਸ ਚੀਜ਼ ਦੇ ਵਿੱਚ ਫਾਇਦਾ ਜ਼ਿਆਦਾ, ਇਹ ਨਹੀਂ ਫਾਇਦਾ ਨਹੀਂ ਹੈਗਾ, ਫਾਇਦਾ ਡਬਲ ਆ ਇਹਦੇ ਨਾਲੋਂ, ਜੀਰੀ ਨਾਲੋਂ, ਜਿੰਨੇ ਵੀ ਲੋਕਾਂ ਨੂੰ ਮਿਲਿਆ। ਪਰ ਸਮੱਸਿਆ ਕਿੱਥੇ ਆ ਜਾਂਦੀ ਹੈ ਕਿ ਉੱਥੇ ਮਾਰਕੀਟਿੰਗ ਨਹੀਂ ਹੈਗੀ, ਸਿਸਟਮ ਨਹੀਂ ਹੈਗਾ, ਦੇ ਸੂਝ ਦੀ ਘਾਟ ਹੈ। ਹਾਂ, ਪਰ ਹੁਣ ਸਾਡੇ ਕੋਲ ਇੱਥੇ ਪੈਸਾ ਹੈਗਾ, ਸੋਰਸ ਹੈਗਾ, ਅਸੀਂ ਉੱਥੇ ਵੀ ਲੋਕਾਂ ਨੂੰ ਇਹ ਗੱਲ ਸਿਖਾ ਸਕਦੇ ਹਾਂ। ਇਹ ਵੀ ਇੱਕ ਐਜੂਕੇਸ਼ਨ ਹੈ ਕਿ ਲੋਕਾਂ ਨੂੰ ਉੱਥੇ ਵੀ ਦੱਸੀਏ ਕਿ ਪੈਸੇ ਦੀ ਸਾਂਭ ਸੰਭਾਲ ਕਿਵੇਂ ਕਰਨੀ ਆ, ਘੱਟ ਤੋਂ ਘੱਟ ਖਰਚਿਆਂ ਦੇ ਵਿੱਚ ਤੁਸੀਂ ਜ਼ਿੰਦਗੀ ਜਿਹੜੀ ਹੈਗੀ ਕਿਵੇਂ ਜੀਣੀ ਆ, ਤੇ ਤੁਸੀਂ ਜਿਹੜਾ ਹੈਗਾ ਆਪਣੀ ਜਿਹੜੀ ਸਾਡੇ ਕੋਲ ਜਾਇਦਾਦ ਹੈ ਉਹਦੇ ਵਿੱਚੋਂ ਆਪਣਾ ਰੁਜ਼ਗਾਰ ਦਾ ਸਾਧਨ ਕਿਵੇਂ ਲੱਭ। ਅਰਸ਼ਵੀ ਦੇ ਅਖੀਰਲਾ ਸਵਾਲ, ਜਿਵੇਂ ਮੈਂ ਪਹਿਲਾਂ ਇੱਕ ਜ਼ਿਕਰ ਕੀਤਾ ਵੀ ਹੁਣ ਪੰਜਾਬ ਦੇ ਮਾਪੇ ਜਿਹੜੇ ਨੇ ਉਹ ਅੱਖਾਂ ਮੀਟ ਕੇ ਭੇਜਣ ਦੀ ਥਾਂ ਥੋੜਾ ਡਰ ਗਏ ਨੇ, ਚਿੰਤਾ ਵੀ ਯਾਰ ਕੈਨੇਡਾ ਤੋਂ ਬੜੀਆਂ ਮਾੜੀਆਂ ਖਬਰਾਂ ਆ ਰਹੀਆਂ। ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਜੇ ਵੀ ਉਹ ਡਰ ਸੱਚ ਹੈ ਜਾਂ ਅੱਧਾ ਸੱਚ ਹੈ ਜਾਂ ਝੂਠ ਹੈ? ਨਹੀਂ, ਆਪਾਂ ਦੇਖੋ ਜਿਹੜੀਆਂ ਮਾੜੀਆਂ ਖਬਰਾਂ ਕੀ ਆ ਰਹੀਆਂ ਕਿ ਜਿੱਥੇ ਆਪਾਂ ਕਦੀ ਵੀ ਇਸ ਗੱਲ ਨੂੰ ਨੰਬਰ ਨੂੰ ਨਹੀਂ ਅੰਡਰਸਟੈਂਡ ਕਰਦੇ। ਜਦੋਂ ਇੱਥੇ ਲੋਕ 10,000 ਆਉਂਦੇ ਸੀ ਸਾਲ 'ਚ ਤਾਂ ਉਦੋਂ ਸੁਭਾਵਿਕ ਕਿ ਨੰਬਰ ਥੋੜਾ ਹੋਣਾ ਸੀ। ਹੁਣ ਹਰ ਰੋਜ਼ ਸਾਡੇ ਵੀ ਇੱਥੇ ਕੰਮ ਕਰਦੇ ਆ, ਮੇਰੀ ਟੀਮ ਦੇ ਵਿੱਚ ਅਸੀਂ ਯੰਗ 2 ਬੱਚੇ 24 ਸਾਲ ਦੇ ਬੱਚੇ ਨੇ, ਉਹਨਾਂ ਦੀ ਡੈਥ ਹੋਈ ਹੈ। ਉਹਨਾਂ ਦੇ ਅਸੀਂ ਇੰਸ਼ੋਰੈਂਸ ਕੀਤੀ ਸੀ ਤੇ ਉਹਨਾਂ ਦੇ ਕਲੇਮ ਅਸੀਂ ਇੰਡੀਆ ਉਹਨਾਂ ਦੇ ਮਾਂ ਪਿਓ ਨੂੰ ਪਹੁੰਚਾਏ ਨੇ। ਆਲਮੋਸਟ 2.5 ਲੱਖ ਦੀ ਇੰਸ਼ੋਰੈਂਸ ਹੋਈ ਸੀ, 1.5 ਕਰੋੜ ਰੁਪਈਆ ਅਸੀਂ ਉਹਨਾਂ ਦੇ ਇੰਡੀਆ ਅਕਾਊਂਟ 'ਚ ਪਵਾਇਆ। ਤੇ ਇਹ ਹਾਦਸੇ ਜਿਹੜੇ ਵਧਣ ਦਾ ਕਾਰਨ ਹੈ ਕਿ ਨੰਬਰ ਵੱਧ ਗਿਆ। ਤੇ ਹਾਂ, ਇਸ ਗੱਲ 'ਚ ਵੀ ਕੋਈ ਸ਼ੱਕ ਨਹੀਂ ਕਿ ਇੱਥੇ ਜਿਹੜਾ ਹੈਗਾ ਪ੍ਰੈਸ਼ਰ ਜਿਹੜਾ ਹੈਗਾ, ਖਰਚੇ ਵਧੇ ਨੇ, ਇਨਫਲੇਸ਼ਨ ਵਧਣ ਨਾਲ ਜਿਹੜਾ ਖਰਚੇ ਵਧਣ ਕਰਕੇ ਪ੍ਰੈਸ਼ਰ ਬਿਲਡ ਅਪ ਹੋਇਆ। ਪਰ ਉੱਥੇ ਜਿਹੜਾ ਹੈਗਾ ਜੇ ਆਪਾਂ ਕਹੀਏ ਇੰਡੀਆ ਦੇ ਵਿੱਚ ਮੈਂ ਸੁਨੇਹਾ ਦਊਂਗਾ ਕਿ ਸਾਡੇ ਕੋਲ ਇੱਥੇ ਸੋਰਸ ਹੈਗੇ ਨੇ, ਉਹਨਾਂ ਸੋਰਸਿਸ ਨੂੰ ਐਕਸਪਲੋਰ ਕਰੀਏ। ਅੰਨ੍ਹੇਵਾਹ ਵੀ ਜਿਹੜਾ ਹੈਗਾ ਨਾ ਇੱਥੇ ਜਿਹੜਾ ਹੈਗਾ ਆਪਣੇ ਬੱਚਿਆਂ ਨੂੰ ਭੇਜੀਏ। ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚੇ ਜਿਹੜੇ ਹੈਗੇ ਆਪਣੇ ਆਪ ਨੂੰ ਸਾਂਭਣ ਦੇ ਯੋਗ ਨੇ, ਜਿਹੜਾ ਅੱਗੇ ਵਧਣ ਲਈ ਉਹ ਕਰ ਸਕਦੇ ਨੇ, ਤੇ ਦੋਵਾਂ ਪਾਸੇ ਚੰਗੇ ਪੋਜ਼ਿਟਿਵ ਤੇ ਨੈਗੇਟਿਵ ਸਾਰੇ ਪਾਸੇ ਹੀ ਹੈਗੇ ਨੇ। ਸੋ ਆਪਾਂ ਨਾ ਇਸ ਦੇਸ਼ ਨੂੰ ਆਪਾਂ ਉਹ ਕਰ ਸਕਦੇ ਹਾਂ ਕਿਉਂਕਿ ਸਾਨੂੰ ਇਹਨੇ ਜਿਹੜਾ ਹੈਗਾ ਇੱਥੇ ਸੈਟਲ ਕੀਤਾ, ਐਸਟੈਬਲਿਸ਼ ਕੀਤਾ, ਤੇ ਨਾ ਹੀ ਪੰਜਾਬ ਦਾ ਜਿਹੜਾ ਬਹੁਤ ਵੱਡਾ ਦੁਖਾਂਤ ਸੀ ਬੇਰੁਜ਼ਗਾਰੀ ਦਾ, ਕੈਨੇਡਾ ਨੇ ਦੂਰ ਕੀਤਾ। ਹਾਂਜੀ। ਸੋ ਉਹਦੇ 'ਚ ਤੁਸੀਂ ਵੇਖੋ ਨਾ ਕਿ ਇੱਕ ਵੱਡੇ ਪੱਧਰ ਦੇ ਉੱਤੇ ਜਿਹੜਾ ਬੱਚੇ ਇੱਥੇ ਜਿਹੜੇ ਹੈਗੇ ਆ PR ਹੋਏ ਨੇ, ਹੁਣ ਉਹਨਾਂ ਕੋਲ ਸੋਚਣ ਦੀ ਸਮਝਣ ਦੀ ਸ਼ਕਤੀ ਆ। ਹੁਣ ਉਹ ਇਹ ਵੀ ਹੋ ਸਕਦਾ, ਵੈਸੇ ਜੇ ਆਪਾਂ ਗੁਰਬਾਣੀ ਤੋਂ ਸੇਧ ਲੈਣੀ ਹੋਏ, ਗੁਰਬਾਣੀ ਨੇ ਤੇ ਇਹ ਕਿਹਾ ਵੀ ਭਾਈ ਇਹ ਦੇਸ਼, ਜਦੋਂ ਆਪਾਂ ਕਿਸੇ ਦੂਜੇ ਦੇਸ਼ 'ਚ ਜਾਂਦੇ ਹਾਂ ਨਾ, ਉੱਥੇ ਸਿਰਫ ਕਮਾਈ ਲਈ ਜਾ ਸਕਦੇ। ਤੁਸੀਂ 4 ਪੈਸੇ ਕਮਾਏ ਤੇ ਤੁਸੀਂ ਮੁੜ ਜਾਓ, ਪਰ ਇਹ ਸਾਰੀਆਂ ਕਾਸੇ ਦੇ ਵਿੱਚੋਂ ਸੁੱਖ ਨਹੀਂ ਹੈਗਾ। ਸੁੱਖ ਨਹੀਂ, ਬਹੁਤ ਹੈ ਧਨ ਖਾਟੇ, ਬਹੁਤ ਪੈਸਾ ਕਮਾਇਆ ਸੁੱਖ ਨਹੀਂ। ਸੁੱਖ ਨਹੀਂ ਪੇਖ ਹੈ ਨਿਰਤ ਨਾਟੇ, ਦੁਨੀਆ ਦੇ ਵਿੱਚ ਨਾਟ ਨਿਰਤ ਵੇਖੋ ਉਹਨਾਂ 'ਚ ਵੀ ਸੁੱਖ ਨਹੀਂ। ਸੁੱਖ ਨਹੀਂ ਬਹੁ ਦੇਸ਼ ਕਮਾਏ,
ਬੜੇ ਦੇਸ਼ਾਂ 'ਚ ਜਾ ਕੇ ਕਮਾਈਆਂ ਕਰ ਲਓ, ਉਹ 'ਚ ਵੀ ਸੁੱਖ ਨਹੀਂ। ਕਾਹਦੇ 'ਚ ਸੁੱਖ ਆ? ਟਕਾ 'ਚ। ਸਰਬ ਸੁੱਖਾਂ ਹਰ ਹਰ ਗੁਣ ਗਾਏ। ਪਰਮੇਸ਼ਵਰ ਦੇ ਨਾਮ ਗਾਉਣ ਦੇ ਵਿੱਚ ਸਾਰੇ ਸੁੱਖ ਛੁਪੇ ਹੋਏ ਨੇ। ਸੋ ਆਪਾਂ ਫਿਰ ਉੱਥੇ ਆ ਗਏ ਕਿ ਗੁਰਬਾਣੀ ਨਾਲ ਜੁੜ ਕੇ ਇਹਨਾਂ ਸਾਰੇ ਸੁੱਖਾਂ ਨੂੰ ਪ੍ਰਾਪਤ ਕਰ ਸਕਦੇ ਹਾਂ। ਮੈਂ ਅਖੀਰ 'ਚ ਤੁਹਾਡੀ ਇੱਕ ਛੋਟੀ ਜਿਹੀ ਗੱਲ ਜਿਹੜੀ ਤੁਸੀਂ ਇਹਨੂੰ ਐਮਫੇਸਾਈਜ਼ ਕਰ ਰਹੇ ਹੋ, ਮੇਰੇ ਫਾਦਰ ਸਾਹਿਬ ਕਿਸਾਨ ਸੀ ਤੇ ਮੈਂ ਇਹ ਕਹਿ ਸਕਦਾ ਵੀ ਪਿੰਡ 'ਚੋਂ ਸਭ ਤੋਂ ਸਫਲ ਕਿਸਾਨ ਸੀ। ਕਾਰਨ ਇੱਕ ਹੀ ਸੀ ਕਿ ਮੇਰੇ ਜਿਹੜੇ ਫਾਦਰ ਸਾਹਿਬ ਨੇ ਐਕਸਟਰਾ ਖਰਚੇ ਨਹੀਂ ਵਧਾਏ। ਆਪਣੀ ਸਾਦੀ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਕੀਤਾ ਸੀ ਤੇ ਸਾਡੇ ਕੋਲ ਪੈਸੇ ਪਲੱਸ 'ਚ ਰਹੇ ਨੇ ਸਾਰੀ ਉਮਰ। ਜਿੰਨਾ ਚਿਰ ਮੈਂ ਵੇਖਿਆ, ਮੈਂ ਆਪਣੇ ਫਾਦਰ ਸਾਹਿਬ ਨੂੰ ਪੈਸੇ ਪਲੱਸ 'ਚ ਵੇਖਿਆ ਤੇ ਸਾਰਾ ਪਿੰਡ ਮੈਂ ਕਰਜ਼ੇ 'ਚ ਵੀ ਵੇਖਿਆ। ਦੋਵੇਂ ਪੱਖ ਵੇਖੇ ਨੇ। ਪਰ ਦੂਜੇ ਪਾਸੇ ਕਰਜ਼ਿਆਂ 'ਚ ਇਹ ਸੀ ਕਿ ਅਸੀਂ ਜਿਹੜਾ ਹੈਗਾ ਆਪਣੇ ਆਪ ਨੂੰ ਇੱਕ ਸੀਮਤ ਸਾਧਨਾਂ ਦੇ ਰਾਹੀਂ, ਜਿੰਨੇ ਕੁ ਸਾਡੇ ਕੋਲ ਸਾਧਨ ਸਨ, ਉਹਦੇ ਵਿੱਚ ਰੱਖ ਕੇ ਆਪਣੇ ਆਪ ਨੂੰ ਕੀਤਾ। ਤੇ ਉੱਥੇ ਵੀ ਸਾਰਾ ਕੁਝ ਆ, ਇੱਥੇ ਵੀ ਓਪਰਚੁਨਿਟੀਜ਼ ਨੇ, ਪਰ ਇੱਥੇ ਨਾਲ ਸਟ੍ਰੈਸ ਜ਼ਰੂਰ ਹੈ। ਇਹ ਆਪਾਂ ਨੇ ਕਹਿ ਸਕਦੇ। ਠੀਕ ਹੈ। ਸੋ ਤੁਸੀਂ ਅਰਸ਼ਵੀਰ ਸਿੰਘ ਹੁਣਾਂ ਨੂੰ ਸੁਣਿਆ। ਅਸੀਂ ਤੇ ਇਹੀ ਕਾਮਨਾ ਕਰਾਂਗੇ ਵੀ ਜਿਹੜਾ ਉਹਨਾਂ ਨੇ ਇਹ ਸੁਪਨਾ ਲਿਆ, ਇਹ ਡ੍ਰੀਮ ਲਿਆ, ਵੀ ਉਹ ਆਉਣ ਵਾਲੇ ਸਮੇਂ 'ਚ ਇੱਕ ਅਜਿਹਾ ਪ੍ਰੋਜੈਕਟ ਤਿਆਰ ਕਰਨਗੇ ਜਿਸ ਰਾਹੀਂ ਉਹ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਦੀ ਨਵੀਂ ਪੌਂਦ ਨੂੰ ਆਪਣੀ ਮਾਂ ਬੋਲੀ ਦੀ ਗੁੜਤੀ ਦੇਣਗੇ।